ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਨਣਾ। ਪੈਰਾ ਬਾਝਹੁ ਚੱਲਣਾ, ਵਿਣ ਹੱਥਾ ਕਰਣਾ। ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਣਨਾ। ਪੈਰਾ ਬਾਝਹੁ ਚੱਲਣਾ, ਵਿਣ ਹੱਥਾ ਕਰਣਾ। ਜੀਭੈ ਬਾਝਹੁ ਬੋਲਣਾ, ਇਉ ਜੀਵਤ ਮਰਣਾ। ਨਾਨਕ ਹੁਕਮ ਪਛਾਣ ਕੈ, ਤੋ ਖਸਮੈ ਮਿਲਣਾ। ਜੀਭੈ ਬਾਝਹੁ ਬੋਲਣਾ, ਇਉ ਜੀਵਤ ਮਰਣਾ। ਨਾਨਕ ਖਸਮ ਪਛਾਣ ਕੈ, ਨਾਨਕ ਹੁਕਮ ਪਛਾਣ ਕੈ, ਤੋ ਖਸਮੈ ਮਿਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਪਤਿਤ ਪਾਵਨ ਦੀਨਾਨਾਥ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ, ਦਰਸ਼ਨ ਦਿਦਾਰਿਆਂ ਦਾ ਸੁਭਾਗ ਸਮਾਂ ਆਪਾਂ ਨੂੰ ਮਹਾਰਾਜ ਨੇ ਤਰਸ ਕਰਕੇ ਬਖਸ਼ਿਆ ਹੈ। ਹਜ਼ੂਰ ਦੇ ਪਵਿੱਤਰ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਹਜ਼ੂਰ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਾਧ ਸੰਗਤ ਜੀ, ਕੱਲ੍ਹ ਦੇ ਦਿਨ ਯੰਤਰੀ ਦੇ ਮੁਤਾਬਕ ਮੁਕਤਸਰ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਲੰਘਿਆ ਹੈ। ਉਹ ਯੁੱਧ ਇਹ ਗਰਮੀਆਂ ਦੀ ਰੁੱਤ ਵਿੱਚ ਹੀ ਉੱਥੇ ਹੋਇਆ ਸੀਗਾ, ਪਰ ਇਹ ਦਿਹਾੜਾ ਜਦੋਂ ਮਾਘੀ ਦੀ ਸੰਗਰਾਂਦ ਆਉਂਦੀ ਹੈ, ਉਸ ਸਮੇਂ ਵਿਸ਼ੇਸ਼ ਕਰਕੇ ਇਹ ਦਿਨ ਮਨਾਇਆ ਜਾਂਦਾ ਹੈ। 40 ਮੁਕਤਿਆਂ ਦੀ ਪਵਿੱਤਰ ਯਾਦ, ਮਾਤਾ ਭਾਗ ਕੌਰ ਜੀ ਦੀ ਕੁਰਬਾਨੀ, ਇਹ ਮਾਘ ਦੀ ਸੰਗਰਾਂਦ ਵਾਲੇ ਦਿਨ ਸ਼ਹੀਦੀ ਇਤਿਹਾਸ ਸੁਣਾਇਆ ਜਾਂਦਾ ਹੈ। ਪਰ ਜਿਸ ਦਿਨ ਇਹ ਜੰਗ ਹੋਈ ਹੈ ਉਹ ਕੱਲ੍ਹ ਦਾ ਦਿਨ ਲੰਘਿਆ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਝ ਦੀ ਵਾਰ ਅੰਦਰ ਜੋ ਹਜ਼ੂਰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
श्री वाहेगुरु साहिब जी। सतनाम श्री वाहेगुरु साहिब जी। सलोक महला दूजा। सच्चे पातशाह ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਾਝ ਦੀ ਵਾਰ ਦਾ ਤੀਸਰਾ ਸ਼ਬਦ ਸਾਧ ਸੰਗਤ ਜੀ ਆਰੰਭ ਹੋ ਰਿਹਾ ਹੈ। ਧੰਨ ਗੁਰੂ ਅੰਗਦ ਦੇਵ ਸਤਿਗੁਰੂ ਜੀ ਹਜੂਰ ਆਪਣੀ ਪਰਮ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਅੱਖੀ ਬਾਝੋ ਵੇਖਣਾ। ਸੱਚੇ ਪਾਤਸ਼ਾਹ ਤਪਿਆਣਾ ਸਾਹਿਬ ਅਸਥਾਨ ਹਜੂਰ ਇੱਥੇ ਬਿਰਾਜਮਾਨ ਨੇ। ਸਤਿਗੁਰੂ ਜੀ ਸਾਧ ਸੰਗਤ ਜੀ ਭਾਈ ਬਾਲਾ ਜੀ ਕੋਲੋਂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣ ਰਹੇ ਆ ਸੱਚੇ ਪਾਤਸ਼ਾਹ, ਤੇ ਨਾਲ ਹੀ ਮਹਾਰਾਜ ਪੈੜੇ ਮੌਕੇ ਨੂੰ ਲਿਖਾਰੀ ਲਾਇਆ ਹੋਇਆ ਹੈ। ਹਜੂਰ ਦਾ ਬੇਅੰਤ ਦਰਬਾਰ ਭਰਦਾ ਏ। ਇਸ ਕਥਾ ਦੇ ਸੁਣਨ ਵਾਸਤੇ ਜੀਵਨ ਮੁਕਤ ਮਹਾਂਪੁਰਖ ਬੈਠਦੇ ਆ। ਬਾਬਾ ਬੁੱਢਾ ਸਾਹਿਬ ਜੀ ਸਰੋਤੇ ਹੈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਰੋਤੇ ਹੈ। ਫਿਰ ਸਾਧ ਸੰਗਤ ਜੀ ਸੈਣ ਸਰਸ ਇੱਕ ਧਿੰਗਾਂ ਨਾਈ। ਇਹ ਭਾਈ ਧਿੰਗਾਂ ਜੀ ਜਿਨ੍ਹਾਂ ਦੀ ਬਿਰਤੀ ਕਹਿੰਦੇ ਆ ਵੀ ਸੈਣ ਭਗਤ ਜੀ ਵਾਂਗ ਨਿਰਲੇਪ ਹੈ। ਫਿਰ ਭਾਈ ਪਾਰੋ ਜੀ ਜੁਲਕਾ ਜਿਨ੍ਹਾਂ ਨੂੰ ਮਹਾਰਾਜ ਪਰਮਹੰਸ ਦਾ ਖਿਤਾਬ ਦਿੱਤਾ ਹੈ। ਇਉਂ ਬੇਅੰਤ ਜੀਵਨ ਮੁਕਤ ਗੁਰਸਿੱਖ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਬੜੇ ਚਾਅ ਨਾਲ ਸੁਣਦੇ ਆ। ਤੇ ਸਤਿਗੁਰਾਂ ਜੀ ਦੀ ਵੀ ਸੁਣਦਿਆਂ ਸੁਣਦਿਆਂ ਇਸ ਕਦਰ ਸਮਾਧੀ ਲੱਗ ਜਾਂਦੀ ਮਹਾਰਾਜ ਦੀ। ਹਜੂਰ ਪ੍ਰੇਮ ਨਿਮਗਨ ਹੋ ਜਾਂਦੇ ਆ। ਨੇਤਰਾਂ ਵਿੱਚੋਂ ਬਰਾਗ ਦੀ ਝੜੀ ਛੁੱਟ ਪੈਂਦੀ ਹੈ। ਭਾਈ ਬਾਲਾ ਜੀ ਵੀ ਵਿਸਮਾਦ ਵਿੱਚ ਤੇ ਸਮੇਂ ਸੁਣਾਉਂਦੇ ਸੁਣਾਉਂਦੇ ਸਾਖੀ ਸੰਪੂਰਨ ਹੋਈ ਤੇ ਸੁੰਨ ਹੋ ਜਾਂਦੇ ਆ। ਸਰੋਤੇ ਮਹਾਰਾਜ ਦੀ ਐਸੀ ਪ੍ਰੇਮ ਅਵਸਥਾ ਨੂੰ ਵੇਖ ਕੇ ਆਪੋ ਆਪਣੀ ਸਮਰੱਥਾ ਮੁਤਾਬਕ ਸਭ ਬੈਠਦੇ ਆ। ਹਜੂਰ ਨੂੰ ਤਾਂ 8-8 ਦਿਨ ਗੁਜ਼ਰ ਜਾਂਦੇ, ਮਹਾਰਾਜ ਦਾ ਸਮਾਧਾ ਲੱਗਾ ਹੀ ਰਹਿੰਦਾ ਹੈ। ਸਤਿਗੁਰੂ ਜੀ ਇਉਂ ਪ੍ਰੇਮ ਨਿਮਗਨ ਮਹਾਰਾਜ ਬੈਠੇ ਆ। ਭਾਈ ਬਾਲਾ ਜੀ ਇਤਿਹਾਸ ਮਹਾਰਾਜ ਦਾ ਵਰਣਨ ਕਰ ਰਹੇ ਹੈ। ਸੰਗਤਾਂ ਨੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਵਾਹਿਗੁਰੂ ਦਾ ਦਰਸ਼ਨ ਕਿਵੇਂ ਵੇਖਣਾ ਕਰੀਏ, ਮਹਾਰਾਜ ਇਹ ਕਿਰਪਾ ਕਰਕੇ ਆਪ ਦੱਸੋ। ਤੇ ਹਜੂਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦੂਸਰਾ ਸਰੂਪ ਧਾਰਨ ਕੀਤਾ ਹੈ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਵਿੱਚ ਕਰਤਾਰਪੁਰੇ ਜਗ ਰਾਈ ਸ੍ਰੀ ਅੰਗਦ ਕੋ ਦੀਨ ਬੜਾਈ ਜਿਉ ਅਦਪਤ ਇੱਕ ਪੌਸ਼ਿਸ਼ ਤਜ ਕੈ ਬੈਠੇ ਸਭਾ ਦੁਤੀਏ ਤਨ ਸਾਜ ਕੈ। ਕਹਿੰਦੇ ਜਿਵੇਂ ਰਾਜਾ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਾ ਕੇ ਤਖਤ ਤੇ ਬਹਿ ਜਾਂਦਾ ਹੈ ਨਾ, ਇਵੇਂ ਵਿੱਚ ਕਰਤਾਰਪੁਰੇ ਜਗ ਰਾਈ ਜਗਤ ਦੇ ਰਾਜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦੇ ਅੰਦਰ ਸ੍ਰੀ ਅੰਗਦ ਕੋ ਦੀਨ ਵਡਾਈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਿਆਈ ਦੀ ਵਡਿਆਈ ਮਹਾਰਾਜ ਬਖਸ਼ਿਸ਼ ਕੀਤੀ। ਤੇ ਇਹ ਵਡਿਆਈ ਇਹ ਬਖਸ਼ਿਸ਼ ਕੀਤੀ ਹੈ, ਮਹਾਰਾਜ ਜੀ ਨੇ ਕਾਇਆ ਦਾ ਹੀ ਚੋਲਾ ਬਦਲਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਹ ਪ੍ਰਣਾਮ ਜਿਹੜਾ ਹੈ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਅਦਭੁਤ ਰਾਜਾ ਇੱਕ ਪੁਸ਼ਾਕ ਨੂੰ ਲਾ ਕੇ ਦੂਜੀ ਪੁਸ਼ਾਕ ਪਾ ਲੈਂਦਾ ਨਾ, ਰਾਜਾ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਪਹਿਲੀ ਕਾਇਆ ਜਿਹੜੀ ਸੀ ਉਹਨੂੰ ਚੋਲੇ ਨੂੰ ਉਤਾਰ ਕੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਮਹਾਰਾਜ ਨੇ ਉਹ ਚੋਲਾ ਪਹਿਨ ਕੇ ਆਣ ਖਡੂਰੇ ਜੋਤ ਜਗਾਈ। ਸੱਚੇ ਪਾਤਸ਼ਾਹ ਨੇ ਉਹ ਸ਼ਬਦ ਦੀ ਜੋਤ ਜਿਹੜੀ ਸੀ ਖਡੂਰ ਸਾਹਿਬ ਦੇ ਅੰਦਰ ਇਹੋ ਜੀ ਜਗਾਈ ਕਿ ਸਾਰੀ ਕਾਇਨਾਤ ਰੋਸ਼ਨਾਉਣ ਲੱਗ ਪਈ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਪਵਿੱਤਰ ਸਥਾਨ ਸਾਧ ਸੰਗਤ ਜੀ ਖਡੂਰ ਸਾਹਿਬ ਉਹ ਮਹਾਰਾਜ ਦਾ ਨਗਰ, ਉੱਥੇ ਆਪ ਦਰਸ਼ਨ ਕਰਨ ਜਾਓ
ਤੇ ਇੱਕ ਤਕਰੀਬਨ 500-550 ਸਾਲ ਪੁਰਾਣਾ ਬੋਹੜ ਹੈ। ਉਸ ਬੋਹੜ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਬੋਹੜ ਨੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਦੀਦਾਰ ਪਾਇਆ ਹੈ। ਅੱਜ ਵੀ ਮੌਜੂਦ ਹੈ। ਉਹ ਬੋਹੜ ਦਾ ਬਿਰਖ ਬਹੁਤ ਵੱਡਾ ਹੈ ਤੇ ਉਸ ਦੀ ਸੇਵਾ ਸੰਭਾਲ ਬੜੇ ਪਿਆਰ ਨਾਲ ਸਤਿਪੁਰਸ਼ ਕਰਵਾ ਰਹੇ ਹੈ। ਸੰਗਤਾਂ ਦਰਸ਼ਨ ਕਰਦੀਆਂ ਨੇ ਉਸ ਦਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦਾ ਇਹੋ ਜਿਹਾ ਵਿਸਮਾਦੀ ਦਰਬਾਰ, ਸੰਗਤਾਂ ਪਿਆਰ ਵਿੱਚ ਭਿੱਜੀਆਂ ਹੋਈਆਂ, ਜਿਨ੍ਹਾਂ ਦੇ ਹਿਰਦੇ ਅੰਦਰ ਐਡੀ ਵੱਡੀ ਜਗਿਆਸਾ ਏ, ਮਹਾਰਾਜ ਵਾਹਿਗੁਰੂ ਦਾ ਦਰਸ਼ਨ ਕਿਵੇਂ ਵੇਖੀਏ, ਉਸ ਪਰਮੇਸ਼ਰ ਦਾ ਕਿਵੇਂ ਦੀਦਾਰ ਕਰ ਸਕੀਏ। ਉਹਨਾਂ ਦੀ ਮਨ ਦੀ ਭੁੱਖ ਵੇਖ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਹਜੂਰ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਫਰਮਾਉਂਦੇ ਹਨ, ਅੱਖੀ ਬਾਝਹੁ ਵੇਖਣਾ। ਮਹਾਰਾਜ ਕਹਿੰਦੇ ਭਾਈ ਆ ਬਾਹਰਲੀਆਂ ਅੱਖਾਂ ਨਹੀਂ ਗੁਰਸਿੱਖੋ, ਉਹ ਤਾਂ ਅੱਖਾਂ ਤੋਂ ਬਿਨਾਂ ਹੀ ਉਸ ਦਾ ਮਹਾਰਾਜ ਕਹਿੰਦੇ ਭਾਈ ਦਰਸ਼ਨ ਵੇਖਣਾ ਕਰੀਦਾ ਏ। ਬਿਨ ਕੰਨਾਂ ਸੁਣਨਾ, ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਕੰਨਾਂ ਤੋਂ ਉਸ ਵਾਹਿਗੁਰੂ ਦਾ ਨਾਮ ਜਿਹੜਾ ਨਾ ਉਹ ਸੁਣਨਾ ਕਰੀਦਾ ਏ। ਪੈਰਾ ਬਾਝਹੁ ਚੱਲਣਾ, ਆ ਪ੍ਰਤੱਖ ਪੈਰਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪ੍ਰਾਪਤੀ ਦੇ ਮਾਰਗ ਤੇ ਚੱਲਣਾ ਕਰੀਦਾ, ਪਰਮਾਰਥ ਦੇ ਰਾਹ ਤੇ। ਬਿਨ ਹੱਥਾ ਕਰਨਾ, ਹਜੂਰ ਕਹਿੰਦੇ ਇਹਨਾਂ ਬਾਹਰਲੇ ਹੱਥਾਂ ਤੋਂ ਬਿਨਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਦੀ ਜਿਹੜੀ ਟਹਿਲ ਹੈ ਨਾ ਉਹ ਕਰੀਦੀ ਹੈ। ਜੀਭ ਹੈ ਬਾਝਹੁ ਬੋਲਣਾ, ਮਹਾਰਾਜ ਕਹਿੰਦੇ ਭਾਈ ਜਿਹੜੀ ਜੀਭ ਹੈ ਨਾ ਇਹ ਪ੍ਰਤੱਖ ਜੀਭ ਤੋਂ ਬਿਨਾਂ ਹੀ ਪਰਮੇਸ਼ਰ ਦੇ ਨਾਲ ਅੰਦਰ ਹੀ ਗੱਲਾਂ ਕਰ ਲਈਦੀਆਂ ਹਨ। ਮਹਾਰਾਜ ਕਹਿੰਦੇ ਭਾਈ ਇਸ ਜੀਭ ਤੋਂ ਬਿਨਾਂ ਹੀ ਬੋਲੀ ਦਾ ਏ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਦੇ ਅੱਗੇ ਫਰਿਆਦ ਜੀਭ ਤੋਂ ਬਿਨਾਂ ਹੀ ਕਰ ਸਕੀਦੀ ਆ। ਇਉਂ ਜੀਵਤ ਮਰਨਾ, ਇਉਂ ਜਾਣ ਕੇ ਮਹਾਰਾਜ ਕਹਿੰਦੇ ਭਾਈ ਜੀਵਤ ਭਾਵ ਤੋਂ ਜਿਹੜਾ ਹੈ ਉਹ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ, ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ, ਗੁਰੂ ਸਾਹਿਬ ਦੇ ਹੁਕਮ ਨੂੰ ਇਉਂ ਪਛਾਣ ਕਰਕੇ ਤੋ ਖਸਮੈ ਮਿਲਣਾ, ਤਾਂ ਖਸਮ ਨਾਲ, ਮਾਲਕ ਨਾਲ, ਵਾਹਿਗੁਰੂ ਨਾਲ ਮਹਾਰਾਜ ਕਹਿੰਦੇ ਮਿਲਾਪ ਹੁੰਦਾ ਹੈ। ਤੋ ਸਾਧ ਸੰਗਤ ਜੀ ਜੋ ਸੰਪਰਦਾਈ ਗਿਆਨੀ ਹਨ ਇਸ ਸ਼ਬਦ ਦੇ ਜਿਹੜੇ ਹਨ 13 ਅਰਥ ਕਰਦੇ ਹੈ ਤੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਹ ਸ਼ਬਦ ਦੇ 22 ਅਰਥ ਕੀਤੇ ਹੈ ਤੇ ਉਹ ਮਹਾਂਪੁਰਖਾਂ ਨੇ ਕਿਹਾ ਕਿ ਸਾਨੂੰ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਪੜ੍ਹਾਏ ਹੈ ਤੇ ਸਾਧ ਸੰਗਤ ਜੀ ਉਹ ਥੋੜੇ ਥੋੜੇ ਸਾਰੇ ਸੰਕੋਚ ਨਾਲ, ਸੂਖਸ਼ਮ ਭਾਵ ਦੇ ਫਰਕ ਨਾਲ ਅਰਥ ਹਨ। ਤੋ ਇਸੇ ਪ੍ਰਕਾਰ ਆਪ ਸੁਣੋ। ਅੱਖੀ ਬਾਝਹੁ ਵੇਖਣਾ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪ੍ਰੇਮ ਦੀਆਂ ਅੱਖਾਂ ਹਨ। ਆ ਬਾਹਰਲੀਆਂ ਅੱਖਾਂ ਤੋਂ ਬਿਨਾਂ ਹੀ ਪ੍ਰੇਮ ਦੀਆਂ ਅੱਖਾਂ ਨਾਲ ਵਾਹਿਗੁਰੂ ਨੂੰ ਵੇਖੀਦਾ ਏ। ਬਿਨ ਕੰਨਾਂ ਸੁਣਨਾ, ਸਤਿਗੁਰੂ ਜੀ ਕਹਿੰਦੇ ਭਾਈ ਕੰਨਾਂ ਤੋਂ ਬਿਨਾਂ ਹੀ ਬਾਹਰਲੇ ਕੰਨ ਨਹੀਂ ਲੋੜ ਪੈਂਦੀ, ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਮਹਾਰਾਜ ਕਹਿੰਦੇ ਭਾਈ ਉਹਦਾ ਨਾਮ ਜਿਹੜਾ ਸੁਣੀਦਾ ਏ। ਪੈਰਾ ਬਾਝਹੁ ਚੱਲਣਾ, ਫਿਰ ਹਜੂਰ ਕਹਿੰਦੇ ਭਾਈ ਜਿਹੜੇ ਪੈਰ ਆ ਨਾ ਪ੍ਰਤੱਖ, ਇਹਨਾਂ ਪੈਰਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਜਿਹੜੇ ਅੰਦਰ ਸੰਕਲਪ ਵਿਕਲਪ ਦੇ ਪੈਰ ਹਨ ਉਹਨਾਂ ਨਾਲ ਇਹ ਇੱਛਾ ਕਰਦੇ ਆ, ਜਿਗਿਆਸੂ ਆਰੰਭ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਵੱਲ ਤੁਰਦੇ ਆ ਸੁਭ ਇੱਛਾ ਧਾਰ ਕਰਕੇ। ਬਿਨ ਹੱਥਾ ਕਰਨਾ, ਇਹ ਬਾਹਰਲੇ ਹੱਥਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਪ੍ਰੇਮ ਰੂਪੀ ਹੱਥਾਂ ਨਾਲ ਉਹ ਸੇਵਾ ਕਰਦੇ ਆ ਮਹਾਰਾਜ ਦੀ। ਜੀਭ ਹੈ ਬਾਝਹੁ ਬੋਲਣਾ, ਇਹ ਸਾਧ ਸੰਗਤ ਜੀ ਜੀਭ ਤੋਂ ਬਿਨਾਂ ਹੀ ਉਹ ਪ੍ਰੀਤ ਦੀ ਰਸਨਾ ਨਾਲ ਮਹਾਰਾਜ ਸਾਹਿਬ ਜੀ ਨਾਲ ਬੋਲਦੇ ਆ, ਹਜੂਰ ਨਾਲ ਗੱਲਾਂ ਕਰ ਲੈਂਦੇ ਆ, ਵਾਹਿਗੁਰੂ ਨਾਲ। ਇਉਂ ਜੀਵਤ ਮਰਨਾ, ਇਸ ਤਰ੍ਹਾਂ ਸਾਧ ਸੰਗਤ ਜੀ ਪ੍ਰੇਮ ਭਾਵ ਪ੍ਰਗਟ ਕਰਕੇ ਉਹ ਜੀਵਤ ਭਾਵ ਤੋਂ ਮਹਾਰਾਜ ਕਹਿੰਦੇ ਭਾਈ ਮਰਦੇ ਆ। ਇਸ ਤਰ੍ਹਾਂ ਗੁਰਸਿੱਖੋ ਤੁਸੀਂ ਜੀਵਤ ਭਾਵ ਤੋਂ ਪ੍ਰੇਮ ਪ੍ਰਗਟ ਕਰਕੇ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ
ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕਰਕੇ ਤੋ ਖਸਮੈ ਮਿਲਣਾ ਤਾਂ ਖਸਮ ਨਾਲ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ। ਸੋ ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਹਜੂਰ ਕਹਿੰਦੇ ਭਾਈ ਉਹ ਨਿਰਗੁਣ ਸਰੂਪ ਹੈ ਪਰਮੇਸ਼ਰ, ਤੇ ਉਹਦੀਆਂ ਅੱਖਾਂ ਨਹੀਂ ਹਨ ਨਿਰਗੁਣ ਸਰੂਪ ਦੇ ਅੰਦਰ, ਪਰ ਫਿਰ ਵੀ ਮਹਾਰਾਜ ਕਹਿੰਦੇ ਸਭ ਨੂੰ ਵੇਖ ਰਿਹਾ ਹੈ ਪਰਮੇਸ਼ਰ। ਨਿਰਗੁਣ ਸਰੂਪ ਵਿੱਚ ਉਹਦੀਆਂ ਅੱਖਾਂ ਨਹੀਂ, ਪਰ ਸਭ ਦੇ ਤਾਈਂ ਵੇਖਦਾ ਏ। ਵਿਣ ਕੰਨਾ ਸੁਣਨਾ ਤੇ ਸਾਧ ਸੰਗਤ ਜੀ ਪ੍ਰਤੱਖ ਕੰਨਾਂ ਤੋਂ ਬਿਨਾਂ ਹੀ ਹੈ, ਪਰ ਫਿਰ ਵੀ ਸਾਰਿਆਂ ਦੀਆਂ ਫਰਿਆਦਾਂ ਨੂੰ ਸੁਣ ਰਿਹਾ ਹੈ। ਨਿਰਗੁਣ ਸਰੂਪ ਵਿੱਚ ਕੰਨ ਨਹੀਂ, ਕੋਈ ਆਕਾਰ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਭਾਈ ਉੱਥੇ ਤਾਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਉੱਥੇ ਤਾਂ ਕਿਸੇ ਪ੍ਰਕਾਰ ਨਿਰਗੁਣ ਸਰੂਪ ਦਾ ਕੋਈ ਸਰੂਪ ਕਿਹਾ ਹੀ ਨਹੀਂ ਜਾ ਸਕਦਾ, ਤੇ ਬਾਹਰੀ ਕੰਨ ਕਿਵੇਂ ਕਹੇ ਜਾ ਸਕਦੇ ਆ। ਮਹਾਰਾਜ ਕਹਿੰਦੇ ਭਾਈ ਇਹ ਬਾਹਰਲੇ ਕੰਨਾਂ ਤੋਂ ਬਿਨਾਂ ਹੀ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਕੋਈ ਕੰਨ ਨਹੀਂ ਹਨ, ਪਰ ਫਿਰ ਵੀ ਮਹਾਰਾਜ ਕਹਿੰਦੇ ਸਭ ਦੀਆਂ ਅਰਦਾਸਾਂ ਸੁਣ ਰਿਹਾ ਹੈ, ਕਿਉਂਕਿ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ ਜੀਓ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਪੜੋ ਪੰਕਤੀ। ਵਿਣ ਕੰਨਾ ਸੁਣਨਾ ਇਹ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਵਿੱਚ ਕੰਨਾਂ ਤੋਂ ਬਿਨਾਂ ਹੀ ਸਾਰਿਆਂ ਦੀ ਬੇਨਤੀ ਮਹਾਰਾਜ ਕਹਿੰਦੇ ਭਾਈ ਸੁਣਦਾ ਹੈ। ਪੈਰਾ ਬਾਝੋ ਚੱਲਣਾ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਨਿਰਗੁਣ ਸਰੂਪ ਵਿੱਚ ਚਰਨ ਨਹੀਂ ਹਨ, ਪਰ ਫਿਰ ਵੀ ਜਿੱਥੇ ਮਰਜੀ ਪ੍ਰਗਟ ਹੋ ਜਾਂਦਾ ਹੈ। ਭਗਤ ਨਾਮਦੇਵ ਜੀ ਜਦੋਂ ਇੱਥੇ ਪੰਡਰਪੁਰ ਦੇ ਅੰਦਰ ਪਕੜ ਲਿਆ ਸੀ ਸਲੇਮ ਬਾਦਸ਼ਾਹ ਨੇ, ਤੇ ਕੀ ਕਿਹਾ ਸੀ, ਕਹਿੰਦੇ ਜਾਂ ਤਾਂ ਗਾਂ ਜੀਂਦੀ ਕਰਦੇ ਤੇ ਜਾਂ ਇਸ ਪ੍ਰਕਾਰ ਮਰਨ ਲਈ ਫਿਰ ਤਿਆਰ ਹੋ ਜਾ। 7 ਘੜੀਆਂ ਦਾ ਸਮਾਂ ਦੇ ਦਿੱਤਾ, ਤੇ ਜਦੋਂ ਫਿਰ ਭਗਤ ਨਾਮਦੇਵ ਜੀ ਨੇ 7 ਘੜੀਆਂ ਬਤੀਤ ਹੋ ਗਈਆਂ, ਤੇ ਇਹ ਬਾਣੀ ਵਿੱਚ ਦਰਜ ਨੇ ਸ਼ਬਦ 7 ਘੜੀ ਜਦ ਬੀਤੀ ਸੁਣੀ ਅਜੋ ਨਾ ਆਇਓ। ਆਉਣਾ ਸੀ ਨਾ, ਫਿਰ ਸ਼ਰਧਾ ਸੀ ਮਨ ਦੇ ਅੰਦਰ, ਤੇ ਫਿਰ ਸਾਧ ਸੰਗਤ ਜੀ ਉਹ ਕਿਹੜੇ ਪੈਰ ਧਾਰਨ ਕਰ ਲਏ ਕਿ ਜਿਨ੍ਹਾਂ ਪੈਰਾਂ ਨਾਲ ਫਿਰ ਆ ਗਏ ਚੱਲ ਕੇ। ਕਹਿੰਦੇ ਅਜੋ ਨਾ ਆਇਓ ਤ੍ਰਿਭਵਨ ਧਣੀ ਪਾਖੰਤਨ ਬਾਣ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ। ਮਹਾਰਾਜ ਆ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਪੈਰਾ ਬਾਝੋ ਚੱਲਣਾ। ਪੈਰਾਂ ਤੋਂ ਬਿਨਾਂ ਹੀ ਨਿਰਗੁਣ ਸਰੂਪ ਵਿੱਚ ਕੋਈ ਚਰਨ ਨਹੀਂ ਹਨ, ਪਰ ਸਾਧ ਸੰਗਤ ਜੀ ਪੈਰਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਜੀ ਚੱਲ ਪੈਂਦੇ ਆ। ਵਿਣ ਹੱਥਾ ਕਰਨਾ ਹੱਥਾਂ ਤੋਂ ਬਿਨਾਂ ਹਨ ਨਿਰਗੁਣ ਸਰੂਪ, ਪਰ ਸਾਧ ਸੰਗਤ ਜੀ ਸਭ ਦੀ ਉਤਪਤੀ ਕਰੀ ਜਾ ਰਿਹਾ ਹੈ ਪਰਮੇਸ਼ਰ, ਸਭ ਦੀ ਪਾਲਣਾ ਕਰ ਰਿਹਾ ਹੈ, ਸਭ ਦੀ ਲੈਤਾ ਕਰ ਰਿਹਾ ਹੈ ਬਿਨਾਂ ਹੀ ਗੋਲਕਾਂ ਤੋਂ। ਕਿਉਂਕਿ ਕਈ ਏਡੇ ਨਾਸਤਕ ਵੈ ਉਹ ਗੁਰੂ ਸਾਹਿਬ ਦੀ ਬਾਬਤ ਸੋਚਦੇ ਆ ਕਿ ਗੁਰੂ ਸਾਹਿਬ ਕਿਹੜਾ ਆਪ ਤੁਰ ਕੇ ਹੁਣ ਜਾ ਸਕਦੇ ਆ। ਗੁਰੂ ਗ੍ਰੰਥ ਸਾਹਿਬ ਤੁਸੀਂ ਜਾਗਦੀ ਜੋਤ ਮੰਨਦੇ, ਤੇ ਸਾਧ ਸੰਗਤ ਜੀ ਜੇ ਕੋਈ ਸਿੱਖ ਭਾਵਨਾ ਕਰੇ ਤੇ ਮਹਾਰਾਜ ਸਾਹਿਬ ਜੀ ਉਹਦੀ ਭਾਵਨਾ ਨੂੰ ਭਾਗ ਲਾ ਦਿੰਦੇ ਆ। ਪਰ ਇਹ ਹੈ ਵੀ ਸਿੱਖ ਦੇ ਅੰਦਰ ਸ਼ਰਧਾ ਹੋਵੇ। ਗੁਰੂ ਸਾਹਿਬ ਹਰੇਕ ਨੂੰ ਕੋਈ ਪਰਖਣਾ ਚਾਹੇ ਤੇ ਮਹਾਰਾਜ ਭਾਈ ਸੰਸਾਰ ਨੂੰ ਇਉਂ ਨਹੀਂ ਪ੍ਰਗਟ ਕਰਕੇ ਦਿਖਾਉਂਦੇ, ਪਰ ਜੇ ਕੋਈ ਪ੍ਰੇਮ ਵਾਲਾ ਕੋਈ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਗੁਰਸਿੱਖ ਸੀਗਾ, ਸ਼ਹਿਰ ਤੋਂ ਬਾਹਰ-ਬਾਹਰ, ਉਹਦੇ ਮਨ ਦੀ ਇਹ ਭਾਵਨਾ ਆਈ ਕਿ ਮਹਾਰਾਜ ਮਾਈ ਭਾਗ ਭਰੀ ਨੇ ਕਿਹੜਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਸਦਾ ਪਿੱਤਰ ਦਿੱਤਾ ਸੀ। ਤੁਸੀਂ ਆਪ ਕਸ਼ਮੀਰ ਗਏ ਸੀ। ਉਹਦੀ ਬੇਨਤੀ ਮਹਾਰਾਜ ਮਨ ਦੀ ਬੇਬਲਤਾ ਵੇਖ ਕੇ, ਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਲਾਕੀ ਦਾਸ ਦੀ ਮਾਤਾ ਨੇ ਕੋਈ ਚਿੱਠੀ ਨਹੀਂ ਸੀ ਭੇਜੀ, ਉਹਦੀ ਪ੍ਰੇਮ ਦੀ ਖਿੱਚ ਨਾਲ ਤੁਸੀਂ ਢਾਕੇ ਚਲੇ ਗਏ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਲਮਸਤ ਫਕੀਰ ਨੇ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸੁਨੇਹਾ ਨਹੀਂ ਸੀ ਘੱਲਿਆ। ਜਿਹੜਾ ਸਾਈਂ ਦਾਸ ਆਪ ਦਾ ਸਾਂਢੂ ਸੀ ਉਹਨੇ ਕੋਈ ਸੁਨੇਹਾ ਨਹੀਂ ਸੀ ਘੱਲਿਆ। ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਭਾਗ ਲਾਇਆ ਏ, ਤੇ ਸੱਚੇ ਪਾਤਸ਼ਾਹ ਹੁਣ ਆਪ ਦਾ ਜਾਗਦੀ ਜੋਤ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਤੇ ਮੈਂ ਤਾਂ ਇਹ ਮੇਰੇ ਮਨ 'ਚ ਸ਼ਰਧਾ ਆਵੇ ਜੇ ਮੇਰੇ ਬਿਨਾਂ ਹੀ ਸੱਦਿਆਂ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਆਉਣ, ਤਾਂ ਇਹ ਮਨ ਦੇ ਉਹਦਾ ਖਿਆਲ ਜਿਹੜਾ ਸੀ ਉਹ ਆਇਆ। ਤੇ ਸਾਧ ਸੰਗਤ ਜੀ ਗੁਰਸਿੱਖ ਸੀਗਾ, ਮਨ ਦੇ ਅੰਦਰ ਇਹ ਖਿਆਲ ਕਰ ਲਿਆ, ਤੇ ਦੂਰੋਂ ਬਹੁਤ ਦੂਰ ਸ਼ਹਿਰ ਤੋਂ ਨਗਰ ਦਾ ਵਾਸੀ, ਤੇ ਨਗਰ ਤੋਂ ਵੀ ਉਹਨਾਂ ਦੀਆਂ ਬੈਕਾਂ ਦੂਰ ਜਿਵੇਂ ਡੇਰੇ ਖੇਤਾਂ ਵਿੱਚ ਬਣਾਏ ਹੁੰਦੇ ਆ,
ਲਾਗੇ ਕਿਸੇ ਗੁਰਮੁਖ ਦੀ ਲੜਕੀ ਦਾ ਵਿਆਹ ਕਾਰਜ ਸੀ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਤੇ ਅਗਲੇ ਦਿਨ ਵਿਆਹ ਕਾਰਜ ਸੀ। ਨਗਰ ਦੂਰ ਹੋਣ ਕਰਕੇ ਉਹਨਾਂ ਸੋਚਿਆ ਪ੍ਰਾਹੁਣੇ ਬੜੇ ਘਰ ਆਏ ਆ, ਰਿਸ਼ਤੇਦਾਰ, ਇੱਥੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਪੂਰਾ ਕਾਇਮ ਰਹਿਣਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਜਿਹੜਾ ਨਾ ਇਹ ਗੁਰਸਿੱਖ ਹੈ, ਇਹਦੇ ਘਰ ਲਾਗੇ ਇੱਥੇ ਮਹਾਰਾਜ ਸਰੂਪ ਬਿਰਾਜਮਾਨ ਕਰ ਦਈਏ। ਤੇ ਕਿਉਂਕਿ ਜੇ ਨਗਰ ਮਹਾਰਾਜ ਦੀ ਸਵਾਰੀ ਲੈ ਕੇ ਗੁਰਦੁਆਰੇ ਸਾਹਿਬ ਜਾਂਦੇ ਆ, ਕੱਲ ਨੂੰ ਫਿਰ ਆਨੰਦ ਕਾਰਜ ਕਰਨਾ ਤੇ ਫਿਰ ਦੂਰ ਜਾਣਾ ਪਵੇਗਾ, ਫਿਰ ਮਹਾਰਾਜ ਦੀ ਸਵਾਰੀ ਲਿਆਉਣੀ ਹੈ ਕੱਲ ਨੂੰ। ਤੇ ਇਹ ਗੁਰਸਿੱਖ ਹੈ ਬੜਾ ਮਹਾਰਾਜ ਦਾ ਭਾਵਨਾ ਵਾਲਾ, ਤੇ ਇਹਦੇ ਘਰੇ ਮਹਾਰਾਜ ਦਾ ਸੁਖਾਸਨ ਕਰ ਦਈਏ। ਤੇ ਉਹਨੂੰ ਫਿਰ ਬਿਨਾਂ ਹੀ ਦੱਸੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਜਦੋਂ ਉਹਦੇ ਰਾਹ ਤੇ ਸਿੱਖ ਤੁਰੇ ਆਉਣ, ਸਿੰਘ ਸਾਰੇ 5 ਸਿੰਘਾਂ ਤੋਂ ਵਧੇਕ ਸੀਗੇ, ਤੇ ਉਹ ਬਾਹਰ ਨਿਕਲ ਕੇ ਬਰਾਗ ਕਰਨ ਲੱਗ ਗਿਆ। ਬਹੁਤ ਜ਼ਿਆਦਾ ਮਨ ਉਹਦਾ ਭਾਰ ਆਇਆ। ਕਹਿੰਦੇ ਵੀ ਕੀ ਗੱਲ, ਅਸੀਂ ਤਾਂ ਸੁਤੇ ਆਏ। ਕਹਿੰਦਾ ਨਹੀਂ, ਮੈਂ ਭਾਵਨਾ ਕਰ ਲਈ ਸੀ ਕਿ ਮਹਾਰਾਜ ਜੇ ਤੁਸੀਂ ਪ੍ਰਤੱਖ ਜਾਗਦੀ ਜੋਤ ਹੋ, ਮੇਰੇ ਬਿਨਾਂ ਬੁਲਾਏ ਹੀ ਮੇਰੇ ਘਰ ਆਓ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤਾਂ ਤੁਹਾਨੂੰ ਕੋਈ ਸੱਦਾ ਪੱਤਰ ਵੀ ਨਹੀਂ ਦਿੱਤਾ, ਤੇ ਸਤਿਗੁਰੂ ਆਪ ਇੰਨੇ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਬਿਨਾਂ ਚਰਨਾਂ ਤੋਂ ਸਤਿਗੁਰੂ ਜੀ ਚੱਲ ਵੀ ਸਕਦੇ ਐ। ਸਿੱਖ ਦੀ ਭਾਵਨਾ ਚਾਹੀਦੀ ਹੈ। ਸਾਧ ਸੰਗਤ ਜੀ ਹਜੂਰ ਇੱਥੇ ਫਰਮਾਉਂਦੇ ਹਨ, ਪੈਰਾ ਬਾਝੋ ਚੱਲਣਾ। ਆ ਕੂਲਰ ਦੀ ਗੂੰਜ ਪੈਂਦੀ ਹੈ, ਨਾ ਚਲਾਇਓ। ਪੈਰਾਂ ਬਾਝੋਂ ਚੱਲਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਿਨਾਂ ਹੀ ਪੈਰਾਂ ਤੋਂ ਜਿਹੜਾ ਹੈ ਉਹ ਨਿਰਗੁਣ ਸਰੂਪ ਦੇ ਅੰਦਰ ਪਰਮੇਸ਼ਰ ਚੱਲ ਕਰਕੇ ਭਗਤ ਦੀ ਰੱਖਿਆ ਵਾਸਤੇ ਪ੍ਰਗਟ ਹੋ ਜਾਂਦਾ ਏ। ਵਿਣ ਹੱਥਾਂ ਕਰਨਾ। ਬਿਨਾਂ ਹੀ ਹੱਥਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪਰਮੇਸ਼ਰ ਸਾਰੇ ਜਗਤ ਦੀ ਵੇਖ ਲੋ ਉਤਪਤੀ ਕਰ ਰਿਹਾ ਹੈ, ਫਿਰ ਪਾਲਣਾ ਕਰਦਾ, ਲੈਤਾ ਕਰ ਰਿਹਾ ਏ। ਜੀਭੈ ਬਾਝੋ ਬੋਲਣਾ। ਮਹਾਰਾਜ ਕਹਿੰਦੇ ਭਾਈ ਬੋਲਣ ਲਈ ਉਹਨੂੰ ਜੀਭ ਦੀ ਲੋੜ ਨਹੀਂ ਪੈਂਦੀ। ਜੀਭ ਤੋਂ ਬਿਨਾਂ ਹੀ ਜਦੋਂ ਕੋਈ ਬੋਲਣਾ ਹੁੰਦਾ ਨਾ ਤਾਂ ਸਾਧ ਸੰਗਤ ਜੀ ਕਈ ਵਾਰੀ ਆਕਾਸ਼ਵਾਣੀ ਦੁਆਰਾ ਵੀ ਪਰਮੇਸ਼ਰ ਜਿਹੜਾ ਹੈ ਉਹ ਬਚਨ ਪ੍ਰਗਟ ਕਰ ਦਿੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹਨੂੰ ਜੀਭਾਂ ਨਾਲ ਬੋਲਣ ਦੀ ਲੋੜ ਨਹੀਂ ਪੈਂਦੀ, ਬਿਨਾਂ ਹੀ ਜੀਭ ਤੋਂ ਬੋਲ ਰਿਹਾ ਏ। ਇਉਂ ਜੀਵਤ ਮਰਨਾ। ਮਹਾਰਾਜ ਕਹਿੰਦੇ ਇਉਂ ਭਾਈ ਨਿਰਗੁਣ ਸਰੂਪ ਦੇ ਭਾਵ ਨੂੰ ਜਾਣ ਕੇ ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ। ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਛਾਨਣਾ ਕਰੋ। ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਭਾਈ ਖਸਮ ਨਾਲ ਮਿਲਾਪ ਹੋ ਸਕਦਾ ਵਾਹਿਗੁਰੂ ਦੇ ਨਾਲ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਅੱਖਾਂ ਤੋਂ ਬਿਨਾਂ ਹੈ, ਪਰ ਮਾਇਆ ਸਬਲ ਹੋ ਕਰਕੇ ਸਾਰਿਆਂ ਦੀਆਂ ਅੱਖਾਂ ਵਿੱਚ ਵੇਖ ਰਿਹਾ ਹੈ। ਜਿਵੇਂ ਮਹਾਰਾਜ ਨੇ ਕਿਹਾ ਨਾ, ਸਹਿਸਤਾਵ ਨੈਣ ਨਾਨ ਨੈਣ ਹੈ ਤੋਹੇ ਕਉ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹੈ ਤਾਂ ਆਪ ਅੱਖਾਂ ਤੋਂ ਬਿਨਾਂ, ਪਰ ਸਾਰਿਆਂ ਦੀਆਂ ਅੱਖਾਂ ਵਿੱਚੋਂ ਆਪ ਹੀ ਵੇਖ ਰਿਹਾ ਏ। ਬਿਨ ਕੰਨਾਂ ਸੁਣਨਾ। ਸਤਿਗੁਰੂ ਜੀ ਕਹਿੰਦੇ ਭਾਈ ਪ੍ਰਤੱਖ ਕੰਨਾਂ ਤੋਂ ਬਿਨਾਂ ਹੈ, ਪਰ ਸਾਰਿਆਂ ਦੇ ਕੰਨਾਂ ਵਿੱਚ ਬੈਠਾ ਆਪ ਹੀ ਨਾਦ ਸੁਣ ਰਿਹਾ ਏ। ਪੈਰਾ ਬਾਝੋ ਚੱਲਣਾ। ਫਿਰ ਮਹਾਰਾਜ ਕਹਿੰਦੇ ਭਾਈ ਸਾਰਿਆਂ ਦੇ ਪੈਰਾਂ ਵਿੱਚੋਂ ਆਪ ਹੀ ਚੱਲ ਰਿਹਾ ਹੈ, ਜਿੱਧਰ ਨੂੰ ਚਲਾ ਰਿਹਾ ਨਾ ਜੀਆਂ ਨੂੰ, ਸਭ ਦੇ ਅੰਦਰ ਬੈਠਾ ਹੋਇਆ ਮਾਇਆ ਸਬਲ ਹੋ ਕਰਕੇ ਆਪ ਹੀ ਮਹਾਰਾਜ ਕਹਿੰਦੇ ਸਾਰੀ ਪ੍ਰਵਿਰਤੀ ਨੂੰ ਚਲਾ ਰਿਹਾ ਏ। ਵਿਣ ਹੱਥਾਂ ਕਰਨਾ। ਸਤਿਗੁਰੂ ਜੀ ਕਹਿੰਦੇ ਮਾਇਆ ਸਬਲ ਹੋ ਕਰਕੇ ਭਾਈ ਹੱਥਾਂ ਤੋਂ ਬਿਨਾਂ ਹੈ, ਪਰ ਸਭ ਦੇ ਕੋਲੋਂ ਕਾਰ ਕਰਾ ਰਿਹਾ ਏ। ਜੀਭੈ ਬਾਝੋ ਬੋਲਣਾ। ਜੀਭ ਤੋਂ ਬਿਨਾਂ ਹੈ, ਪਰ ਸਾਰਿਆਂ ਦੇ ਅੰਦਰ ਮਹਾਰਾਜ ਕਹਿੰਦੇ ਨੇ ਪਰਮ ਗੁਰ ਇਹੀ ਬੋਲ ਉਹ ਹੀ ਰਿਹਾ ਆਪ। ਜੀਭ ਤੋਂ ਬਿਨਾਂ ਹੈ ਆਪ, ਪਰ ਸਭ ਦੇ ਅੰਦਰ ਬੈਠਾ ਬੋਲ ਰਿਹਾ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਬੋਲ ਰਿਹਾ ਨਾ ਅੰਦਰ, ਜਿਵੇਂ ਕੱਲ ਬਚਨ ਆਇਆ ਸੀ ਕਿ ਜਿਚਰ ਜੋਤੀ ਵਿੱਚ ਮਹਾਰਾਜ ਤੂੰ ਸਰੀਰ ਦੇ ਅੰਦਰ ਜੋਤ ਰੱਖੀ ਹੋਈ ਹੈ, ਤਿੰਨਾ ਚਿਰ ਮਹਾਰਾਜ ਕੋਈ ਬੋਲਦਾ, ਉਹਨਾਂ ਚਿਰ ਕਿੱਥੋਂ ਕੋਈ ਬੋਲ ਸਕਦਾ ਜਦੋਂ ਜੋਤ ਹੀ ਨਹੀਂ ਰਹਿੰਦੀ। ਫਿਰ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਮਾਇਆ ਸਬਲ ਹੋ ਕਰਕੇ ਮਹਾਰਾਜ ਤੂੰ ਸਭ ਦੇ ਅੰਦਰ ਆਪ ਹੀ ਬੋਲ ਰਿਹਾ ਏ। ਇਉਂ ਜੀਵਤ ਮਰਨਾ। ਇਉਂ ਮਹਾਰਾਜ ਕਹਿੰਦੇ ਭਾਈ ਜਾਣ ਕੇ ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ। ਹਜੂਰ ਕਹਿੰਦੇ ਵਾਹਿਗੁਰੂ ਦੇ ਹੁਕਮ ਨੂੰ ਭਾਈ ਵੇਖਣਾ ਕਰੋ, ਪਹਿਚਾਨਣਾ ਕਰੋ। ਉਹ ਆਪਣੇ ਆਪ ਨੂੰ ਨਾ ਸਮਝੋ, ਉਹੋ ਹੀ ਸਭ ਕੁਝ ਕਰ ਰਿਹਾ ਏ। ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਖਸਮ ਨਾਲ ਮਾਲਕ ਨਾਲ ਭਾਈ ਮਿਲਾਪ ਹੋ ਸਕਦਾ ਹੈ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਇਹ ਸੂਖਸ਼ਮ ਭਾਵ ਦਾ ਸਾਧ ਸੰਗਤ ਜੀ ਫਰਕ ਹੈ, ਥੋੜਾ ਥੋੜਾ ਅਰਥਾਂ ਦਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਫਿਰ ਪੜੋ। ਅੱਖੀ ਬਾਝੋ ਵੇਖਣਾ ਹਜੂਰ ਕਹਿੰਦੇ ਆਪਣੀ ਚੇਤਨ ਸੱਤਾ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਭ ਦੇ ਅੰਦਰ ਬੈਠਾ ਵੇਖ ਰਿਹਾ ਏ। ਬਿਨ ਕੰਨਾ ਸੁਣਨਾ ਚੇਤਨ ਸੱਤਾ ਪਾਈ ਹੋਈ ਹੈ ਤੇ ਮਹਾਰਾਜ ਕਹਿੰਦੇ ਕੰਨਾਂ ਤੋਂ ਬਿਨਾਂ ਹੀ ਸਭ ਕੁਝ ਸੁਣ ਰਿਹਾ ਜੀਵ ਦੇ ਅੰਦਰ। ਪੈਰਾ ਬਾਝੋ ਚੱਲਣਾ ਪੈਰਾਂ ਤੋਂ ਬਿਨਾਂ ਪ੍ਰਤੱਖ ਮਹਾਰਾਜ ਕਹਿੰਦੇ ਭਾਈ ਅੰਦਰ ਚੇਤਨ ਸੱਤਾ ਵਾਹਿਗੁਰੂ ਦੀ ਆਪਣੀ ਹੈ ਨਾ, ਇਸ ਕਰਕੇ ਮੁਰਦੇ ਸਰੀਰ ਨੂੰ ਚਲਾ ਰਿਹਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ। ਇਉਂ ਮਹਾਰਾਜ ਕਹਿੰਦੇ ਭਾਈ ਸੱਤਾ ਪਾਈ ਹੋਈ ਹੈ, ਸੱਤਾ ਕਰਕੇ ਜਿਹੜਾ ਬਿਨਾਂ ਹੀ ਪੈਰਾਂ ਤੋਂ ਹੈ ਆਪ ਪਰ ਚਲਾ ਰਿਹਾ ਸਭ ਕੁਝ। ਬਿਨ ਹੱਥਾ ਕਰਨਾ ਹੱਥਾਂ ਤੋਂ ਬਿਨਾਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਦੀ ਸੱਤਾ ਕਰਕੇ ਹੀ ਜੀਵਾਂ ਦੇ ਹੱਥ ਹਰਕਤ ਕਰਦੇ ਆ। ਜੀਭੈ ਬਾਝੋ ਬੋਲਣਾ ਆਪ ਜੀਭ ਤੋਂ, ਇਹ ਮਾਸ ਦੀ ਜੀਭ ਤੋਂ ਬਿਨਾਂ ਹੈ, ਪਰ ਮਹਾਰਾਜ ਕਹਿੰਦੇ ਭਾਈ ਸੱਤਾ ਕਰਕੇ ਹੀ ਸਭ ਦੇ ਅੰਦਰ ਬੋਲ ਰਿਹਾ ਏ। ਇਉਂ ਜੀਵਤ ਮਰਣਾ ਇਉਂ ਮਹਾਰਾਜ ਕਹਿੰਦੇ ਜਾਣ ਕੇ ਭਾਈ ਜੀਵਤ ਭਾਵ ਤੋਂ ਮਰਨਾ ਕਰੋ। ਜੀਵਤ ਭਾਵ ਤੋਂ ਮਰਨਾ ਹੁੰਦਾ ਸਾਧ ਸੰਗਤ ਜੀ ਸੰਸਾਰ ਵੱਲੋਂ ਮਰਨਾ, ਆਪਣੇ ਸਰੀਰ ਦੀ ਹੰਗਤਾ ਵੱਲੋਂ ਮਰਨਾ। ਜਿਹੜਾ ਫਿਰ ਪਰਮੇਸ਼ਰ ਨੂੰ ਹੀ ਸਭ ਕੁਝ ਜਾਣ ਲੈਂਦਾ ਹੈ ਨਾ, ਤੇ ਫਿਰ ਉਹ ਸਾਧ ਸੰਗਤ ਜੀ ਸੰਸਾਰ ਵੱਲੋਂ ਮਰ ਜਾਂਦਾ ਹੈ, ਵਾਹਿਗੁਰੂ ਵੱਲ ਜੀ ਪੈਂਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਇਉਂ ਪਹਿਚਾਣ ਕਰਕੇ ਤੋ ਖਸਮੈ ਮਿਲਣਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਖਸਮ ਨੂੰ ਜਿਹੜਾ ਹੈ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ ਮਹਾਰਾਜ ਕਹਿੰਦੇ ਭਾਈ ਨਿਰਗੁਣ ਸਰੂਪ ਤੇ ਅੱਖਾਂ ਤੋਂ ਬਿਨਾਂ ਹੈ, ਪਰ ਸਰਗੁਣ ਰੂਪ ਧਾਰ ਕਰਕੇ ਅੱਖਾਂ ਨਾਲ ਪ੍ਰਤੱਖ ਵੇਖ ਵੀ ਲੈਂਦਾ ਏ। ਬਿਨ ਕੰਨਾ ਸੁਣਨਾ ਮਹਾਰਾਜ ਕਹਿੰਦੇ ਭਾਈ ਨਿਰਗੁਣ ਸਰੂਪ ਵਿੱਚ ਕੰਨ ਨਹੀਂ ਹਨ, ਪਰ ਸਰਗੁਣ ਸਰੂਪ ਧਾਰ ਕਰਕੇ ਆਪਣੇ ਭਗਤ ਦੀ ਬੇਨਤੀ ਸੁਣਦਾ ਏ। ਪੈਰਾ ਬਾਝੋ ਚੱਲਣਾ ਹਜੂਰ ਕਹਿੰਦੇ ਪ੍ਰਤੱਖ ਨਿਰਗੁਣ ਸਰੂਪ ਵਿੱਚ ਪੈਰ ਨਹੀਂ ਹੈ, ਪਰ ਸਰਗੁਣ ਰੂਪ ਵਿੱਚ ਮਹਾਰਾਜ ਕਹਿੰਦੇ ਭਾਈ ਚੱਲਣਾ ਕਰਦਾ ਹੈ। ਜਿਵੇਂ ਨਰਸਿੰਘ ਸਰਗੁਣ ਰੂਪ ਹੀ ਧਾਰ ਲਿਆ ਸੀ ਨਾ, ਤੇ ਇਉਂ ਭਗਤ ਦੀ ਬੇਨਤੀ ਸੁਣੀ ਸੀ ਨਾ, ਸਰਗੁਣ ਰੂਪ ਧਾਰ ਕਰਕੇ ਸੁਣੀ ਬੇਨਤੀ ਤੇ ਸਰਗੁਣ ਰੂਪ ਹੀ ਧਾਰਨ ਕੀਤਾ। ਫਿਰ ਸਾਧ ਸੰਗਤ ਜੀ ਇਹੋ ਜਿਹਾ ਕਿ ਬਿਨਾਂ ਹੀ ਪੈਰਾਂ ਤੋਂ ਕਹਿੰਦੇ ਜਦੋਂ ਇਹ ਮਹਾਰਾਜ ਜ਼ਿਕਰ ਕੀਤਾ ਸ੍ਰੀ ਦਸਮ ਬਾਣੀ ਦੇ ਅੰਦਰ, ਤੇ ਜਦੋਂ ਹਰਨਾਕਸ਼ ਗਦਾ ਮਾਰਦਾ ਸੀ ਨਾ ਨਰਸਿੰਘ ਦੀ ਛਾਤੀ ਵਿੱਚ, ਤੇ ਇੱਕ ਹੀ ਪੈਰ ਪਿੱਛੇ ਨੂੰ ਕਰ ਸਕਦਾ ਸੀ, ਤੇ ਜਦੋਂ ਨਰਸਿੰਘ ਭਗਵਾਨ ਉਹਦੀ ਛਾਤੀ 'ਚ ਗਦਾ ਮਾਰਦਾ ਸੀ ਤੇ 100 ਕਦਮ ਪਿੱਛੇ ਨੂੰ ਉਲਟਾ ਕੇ ਸਿੱਟ ਦਿੰਦਾ ਸੀਗਾ। ਉਹ ਯੁੱਧ ਜਦੋਂ ਹੋਇਆ ਮਹਾਰਾਜ ਯੁੱਧ ਵਰਣਨ ਕੀਤਾ ਹੈ। ਸਰਗੁਣ ਰੂਪ ਧਾਰ ਕਰਕੇ ਬਿਨਾਂ ਪੈਰਾਂ ਤੋਂ ਹੈ, ਪਰ ਭਗਤ ਦੇ ਪਿਆਰ ਵਿੱਚ ਮਹਾਰਾਜ ਕਹਿੰਦੇ ਭਾਈ ਸਰਗੁਣ ਰੂਪ ਧਾਰ ਕੇ ਚੱਲ ਪੈਂਦਾ ਏ। ਬਿਨ ਹੱਥਾ ਕਰਨਾ ਤੇ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਹੱਥਾਂ ਤੋਂ ਬਿਨਾਂ ਹੈ, ਪਰ ਭਗਤ ਦੇ ਪਿਆਰ ਵਿੱਚ ਸਰਗੁਣ ਰੂਪ ਧਾਰ ਲੈਂਦੇ ਆ। ਅਤ ਭੁਜ ਭਇਓ ਅਪਾਰਲਾ, ਵੱਡੀਆਂ ਬਾਹਾਂ ਤੇ ਵੱਡਾ ਸਰੂਪ ਧਾਰ ਕਰਕੇ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰਾਲਾ। ਮਹਾਰਾਜ ਕਹਿੰਦੇ ਲੈ ਮੰਦਰ ਦੇ ਘਮਾਉਣ ਦੀ ਕੀ ਛੋਟੀ ਜੀ ਗੱਲ ਆ। ਨਾਮਦੇਵ ਭਾਵੇਂ ਸਾਡੇ ਹੱਥ ਹੈ ਨਹੀਂ ਨਿਰਗੁਣ ਸਰੂਪ ਵਿੱਚ, ਪਰ ਇਹ ਸੋਚਦੇ ਆ ਕਿ ਕਿਵੇਂ ਘੁੰਮ ਜੂਗਾ। ਮਹਾਰਾਜ ਦਾ ਉਹ ਘੁਮਾਇਆ ਹੋਇਆ ਮੰਦਰ ਅੱਜ ਵੀ ਮੌਜੂਦ ਹੈ। ਜਦੋਂ ਆਉਂਦੀਆਂ ਸੰਗਤਾਂ ਦਰਸ਼ਨ ਕਰਦੇ ਆ ਗੁਰਸਿੱਖ ਉੱਥੇ, ਤੇ ਸਾਧ ਸੰਗਤ ਜੀ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੀ ਜਥੇ ਸਮੇਤ ਉੱਥੇ ਜਾਇਆ ਕਰਦੇ ਸੀ। ਉਸ ਮੰਦਰ ਦੇ ਅਸੀਂ ਪੂਜਕ ਨਹੀਂ ਹਾਂ, ਪਰ ਪਰਮੇਸ਼ਰ ਦੀ ਪ੍ਰਤੱਖ ਸ਼ਕਤੀ ਕਰਾਮਾਤ ਦਿਖਾਉਣ ਨੂੰ ਕਿ ਭਾਈ ਪ੍ਰਤੱਖ ਵੇਖੋ ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਨਿਰਗੁਣ ਸਰੂਪ ਵਿੱਚ ਹੱਥ ਹੈ ਨਹੀਂਗੇ, ਪਰ ਫਿਰ ਵੀ ਭਗਤ ਦੇ ਪਿਆਰ ਵਿੱਚ ਆ ਕਰਕੇ ਬਿਨ ਹੱਥਾਂ ਕਰਨਾ। ਬਿਨਾਂ ਹੀ ਹੱਥਾਂ ਤੋਂ ਮਹਾਰਾਜ ਨੇ ਸਰਗੁਣ ਰੂਪ ਵਿੱਚ ਹੱਥ ਧਾਰ ਲਏ ਸੀ, ਤੇ ਅਦ ਪੁਜ ਭਇਓ ਅਪਾਰਲਾ। ਇਹ ਗੁਰਬਾਣੀ ਦੀ ਗਵਾਹੀ ਹੈ। ਫੇਰ ਦਿਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰਾਲਾ। ਮਹਾਰਾਜ ਜੀ ਨੇ ਉਸ ਸਾਰੇ ਦਾ ਸਾਰਾ ਮੰਦਰ ਹੀ ਘੁਮਾ ਕੇ ਮੂੰਹ ਜਿਹੜਾ ਸੀ ਨਾ ਭਗਤ ਨਾਮਦੇਵ ਜੀ ਵੱਲ ਕਰ ਦਿੱਤਾ, ਤੇ ਅਜੇ ਵੀ ਉਹ ਘੁੰਮਿਆ ਹੀ ਹੋਇਆ ਹੈ। ਉਹਦਾ ਜਿਹੜਾ ਸਰੋਵਰ ਬਣਿਆ ਹੋਇਆ ਨਾ ਉਹ ਮੰਦਰ ਦੀ ਪਿੱਠ ਵਾਲੇ ਪਾਸੇ ਹੈ, ਸਿੱਧੇ ਮੂੰਹ ਵਾਲੇ ਪਾਸੇ ਨਹੀਂ ਹੈ। ਬਾਕੀ ਮੰਦਰ ਜਿਹੜੇ ਇਹਦੇ ਨਾਲ ਦੇ ਆ ਨਾ ਸਾਰੇ, ਬਾਕੀ ਜੋਤੀਲਿੰਗ ਜੋ ਮੰਨੇ ਜਾਂਦੇ ਆ ਉਹਨਾਂ ਦੇ ਦਰਵਾਜ਼ਿਆਂ ਤੇ ਹੀ ਸਰੋਵਰ ਬਣੇ ਹੋਏ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਰਗੁਣ ਸਰੂਪ ਵਿੱਚ ਬਿਨਾਂ ਹੱਥਾਂ ਤੋਂ, ਸਰਗੁਣ ਸਰੂਪ ਵਿੱਚ ਹੱਥ ਧਾਰ ਕਰਕੇ ਭਗਤ ਵਾਸਤੇ ਦੇਵਰਾ ਮੇਰਾ ਵਾਹਿਗੁਰੂ ਫੇਰ ਦਿੰਦਾ ਏ। ਜੀਭੈ ਬਾਝੋ ਬੋਲਣਾ ਹਜੂਰ ਕਹਿੰਦੇ ਭਾਈ ਜੀਭ ਤੋਂ ਬਿਨਾਂ ਹੈ ਨਿਰਗੁਣ ਸਰੂਪ ਦੇ ਅੰਦਰ, ਪਰ ਜਦੋਂ ਸਰਗੁਣ ਸਰੂਪ ਧਾਰਦਾ ਹੈ ਨਾ
ਫਿਰ ਭਗਤ ਨਾਲ ਗੱਲਾਂ ਵੀ ਕਰ ਲੈਂਦਾ ਹੈ। ਜਿਵੇਂ ਸਾਧ ਸੰਗਤ ਜੀ ਨਾਮਦੇਵ ਜੀ ਨੇ ਜਦੋਂ ਕਿਹਾ ਸੀ ਨਾ ਕਿ ਨਾਮਦੇਵ ਜਾ ਅੱਜ ਤੂੰ ਦੁੱਧ ਪਿਆਇਆ ਤੇ ਤੇਰਾ ਪਿਤਾ ਚੱਲਿਆ ਕਿਸੇ ਕੰਮ ਵਾਸਤੇ। ਨਾਮਦੇਵ ਜੀ ਦਾ ਬਚਪਨ ਸੁਦਾ ਸੁਭਾਅ ਤੇ ਮਹਾਰਾਜ ਦੇ ਅੱਗੇ ਦੁੱਧ ਰੱਖ ਦਿੱਤਾ। ਪਿਤਾ ਤਾਂ ਭੋਗ ਲਾ ਕੇ ਤੇ ਆ ਜਾਂਦਾ ਸੀ ਘਰ ਨੂੰ, ਨਾਮਦੇਵ ਜੀ ਰੱਖ ਕੇ ਹੀ ਬਹਿ ਗਏ। ਕਹਿੰਦੇ ਮਹਾਰਾਜ ਛਕੋ ਦੁੱਧ, ਭੋਗ ਲਾਓ। दूध पियो गोबिंदे राय, दूध पियो गोबिंदे राय, नाही तो घर को बाप रसाए। बचपन सी सुधा सुभाअ सी। दोपहर हो आई, कुछ नहीं खादा नामदेव जी, भुख नाल बहुत ज्यादा बुल सुकन लग पे। ते साध संगत जी वेखो महाराज सच्चे पातशाह जी निर्गुण स्वरूप बिना जीभा तो है, पर आवाज आई नामदेव पत्थर दी मूर्ति दुध नहीं पींदी हुंदी। नामदेव जी दे अंदर वो विवेक जागया कि महाराज पत्थर दी मूर्ति जे दुध नहीं पींदी ते महाराज पत्थर दी मूर्ति बोलदी भी नहीं है। महाराज कृपा करो, महाराज दुध आप प्रतख हो करके छको। बिना जीभा तो सीगे पर भगत दे प्यार विच आ करके बोल पे। बिना जीभा तो है निर्गुण स्वरूप। जदों सरगुण स्वरूप धारिया ना नरसिंह दे रूप विच उदों किदां दहाड़े सीगे। इस तरह बिना जीभा तो हो करके महाराज कहते भाई बोल पैंदा है। परमेश्वर सरगुण रूप धार करके इउं जीवत मरना। हजूर कहते भाई इउं उसदे स्वरूप नूं जान करके अपना आप नहीं जनाउणा चाहिदा। जीवत भाव तो महाराज कहते भाई मरना चाहिदा है। नानक हुक्म पछाण कै। सतगुरु जी कहते भाई वाहिगुरु दे हुक्म नूं पहचान करके गुरु जी द्वारा तो खसमै मिलना। तां खसम नाल मालक नाल हजूर कहते भाई मिलाप हुंदा। इसे प्रकार ही अखी बाजह वेखना। सतगुरु जी कहते भाई है तां परमेश्वर अखां तो बिना, क्योंकि मुख ना मसारे उहदा तो कोई दसिया नहीं जा सकदा। पर जदों अवतार धारिया ना गुरु नानक साहब दे रूप दे अंदर ते फिर सच्चे पातशाह जी महाराज कहते भाई है तां अखां तो इन्हां इंद्रियां तो बिना ही, पर नेत्र धार के भाव स्वरूप धार के अवतार धार दर्श दिखायो है। महाराज सच्चे पातशाह वेखना कीता सारे संसार नूं सड़दे बालदे नूं। क्योंकि भाई गुरदास जी ने लिखिया बाबा देखिया ध्यान धर, जलती सब पृथ्वी दिस आई। महाराज संसार वाल वेख्या सच्चे पातशाह ने बिना अखां तो है निर्गुण स्वरूप विच, पर अवतार धारिया है गुरु नानक साहब दे रूप दे अंदर। ते सच्चे पातशाह जी महाराज जी ने सारी सृष्टि नूं जदों बलदिया होया वेखिया ना, ते साध संगत जी भाई साहब जी ने लिखिया है कि चढ़िया सोधन धरत लुकाई। महाराज फिर कमर कसा कीता धरती नूं बलदी होई नूं ठारन वास्ते। ते इउं सच्चे पातशाह जी महाराज अखीं बाजों वेखना। महाराज दा स्वरूप तां ओह है सतगुरु जी दा ब्रह्म स्वरूप, अखां तो बिना है। पर महाराज जी ने गुरु नानक साहब अवतार धार करके सब सृष्टि दे दुखां नूं कर लाउंदियां होयां नूं महाराज वेखना कीता। बाबर दे चढ़ के आया भी क्या इत्ती मार पई कुरलाणै, तैं की दर्द ना आया। विण कन्ना सुनना। महाराज सच्चे पातशाह जी स्वरूप तां बिना कन्ना तो है महाराज जी दा, पर साध संगत जी अवतार धार के भगतां दी फरियाद महाराज गुरसिखां दी फरियाद सुनी है। किथे सच्चे पातशाह बराजे होए सी घर दे अंदर, ते मनसुख ने समुंदरी तूफान दे विच जहाज फस गया सीगा। जदों पता लग गया कि जीवन दी आस चुक गई है, आबशावां मैनूं लै डुब्बणगीਆਂ, जहाज गर्क कर देणगीਆਂ। समुंदर दे तूफान दे अंदर घिरिया होया जहाज गुरु नानक साहब दे अगे बेनती कीती। फिर मनसुख ने क्या महाराज तुहाडे तो बिना हुण कोई आसरा नहीं मेरा। ते सच्चे पातशाह जी महाराज घर च बराजे होए सीगे। साध संगत जी इउं सच्चे पातशाह जी महाराज जदों माता जी ने आख्या तुलसा जा उठा प्रसाद छक लैण, ते तुलसा नूं भै आया। महाराज दा सारा शरीर ढकिया होया सी, एक सज्जे चरण दा अंगूठा बाहर सी। उहदे भाग जागे, उहने रसना लाती महाराज ने अंगूठे नूं, रसना लाई ते दिव्य दृष्टि खुल गई। फिर बिना कन्ना तो पर साध संगत जी अरदास सुनी अपने सिख मनसुख दी। जदों अरदास सुनी ते तुलसा ने इधर वेख लिया, उन्होंने की दिस रहा है जिमें उच्चा चढ़ीदा ना आकाश च जहाज ते चढ़ जाइए ते थल्ले सारा ही जिमें इत्थे भी जहाज उड्डे ते नंदेड़ सारा ही दिसण लग पैंदा है। इदां थोड़ो दिसदा।
ਪਰ ਉੱਚਾ ਉੱਡੇ ਜਹਾਜ਼ ਤੇ ਚੜੇ ਤੇ ਸਭ ਕੁਝ ਦਿਸਣ ਲੱਗ ਪੈਂਦਾ। ਗੋਦਾਵਰੀ ਘੁੰਮਦੀ 4 ਚੁਫੇਰੇ ਦਿਸਦੀ ਹੈ। ਨੰਦੇੜ ਇੰਨਾ ਰਮਣੀਕ ਜਾਪਦਾ ਮਹਾਰਾਜ ਦਾ ਇਹ ਪਵਿੱਤਰ ਨਗਰ ਉੱਪਰੋਂ। ਇਉਂ ਸਾਧ ਸੰਗਤ ਜੀ ਜਦੋਂ ਬਿਰਤੀ ਉੱਪਰ ਉੱਠ ਜਾਂਦੀ ਹੈ ਨਾ, ਤੁਲਸਾ ਨੂੰ ਸਾਰੀ ਧਰਤੀ ਇਉਂ ਦਿਸਣ ਲੱਗ ਪਈ, ਸਾਰੇ ਖੰਡ ਬ੍ਰਹਿਮੰਡ ਤੁਲਸਾ ਨੂੰ ਦਿਸਣ ਲੱਗ ਪਏ। ਐਡਾ ਗਿਆਨ ਹੋ ਗਿਆ ਉਹਨੂੰ। ਤੇ ਜਦੋਂ ਉਹਨੇ ਆਖਿਆ ਕਿ ਮਹਾਰਾਜ ਕੀ ਕਰ ਰਹੇ ਆ, ਮਨ ਚ ਇਹਦੇ ਫੁਰਨਾ ਆਇਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਿੱਥੇ ਆ। ਹੁਣ ਵੇਖਿਆ ਮਹਾਰਾਜ ਤਾਂ ਸਿੱਖ ਦਾ ਜਹਾਜ਼ ਮੋਢਾ ਲਾਇਆ ਗੁਰੂ ਨਾਨਕ ਸਾਹਿਬ ਜੀ, ਤੇ ਮਨ ਸੁਖ ਦਾ ਤੂਫਾਨ ਦੇ ਵਿੱਚੋਂ ਜਹਾਜ਼ ਕੱਢ ਰਹੇ ਸੱਚੇ ਪਾਤਸ਼ਾਹ। ਤੇ ਜਦੋਂ ਤੁਲਸਾ ਨੇ ਵੇਖਿਆ ਤੇ ਮਾਤਾ ਜੀ ਨੇ ਆਵਾਜ਼ ਮਾਰੀ, ਤੁਲਸਾ ਗਈ ਹੈ। ਉਹਦੀ ਸੁਰਤ ਇੰਨੀ ਲੱਗ ਗਈ, ਇੰਨੀ ਇਕਾਗਰ ਹੋ ਗਈ। ਮਾਤਾ ਜੀ ਕਹਿੰਦੇ ਲਿਆਂਦਾ ਨਹੀਂ ਗੁਰੂ ਨਾਨਕ ਸਾਹਿਬ ਨੂੰ। ਕਹਿਣ ਲੱਗੀ ਮਾਤਾ ਜੀ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਐ, ਕਾਰਜ ਕਰ ਲੈਣ ਫਿਰ ਮੈਂ ਉਠਾ ਲਾਂਗੀ। ਮਾਤਾ ਜੀ ਨੇ ਜਾ ਉਠਾਇਆ ਮਹਾਰਾਜ ਨੂੰ ਕਿ ਵੇਖ ਪੁੱਤਰ ਨਾਨਕ, ਜੇ ਤੂੰ ਕੋਈ ਕੰਮ ਕਰੇ ਤਾਂ ਫਿਰ ਸਾਨੂੰ ਲੋਕ ਮਖੌਲਤਾ ਨਾ ਕਰਨ। ਇਹ ਘਰ ਦੇ ਨੌਕਰ ਹੀ ਹੁਣ ਸਾਨੂੰ ਮਖੌਲ ਕਰਨ ਲੱਗ ਗਏ। ਮਹਾਰਾਜ ਕਹਿੰਦੇ ਮਾਤਾ ਜੀ ਕੀ ਕਹਿੰਦੀ ਐ? ਕਹਿੰਦੀ ਐ ਐਸੇ ਸਿੱਖ ਦਾ ਜਹਾਜ਼ ਬੰਨੇ ਲਾਉਂਦੇ। ਮਹਾਰਾਜ ਕਹਿੰਦੇ ਕਮਲੀ ਐ, ਇਹਦੀਆਂ ਗੱਲਾਂ ਵੱਲ ਨਾ ਧਿਆਨ ਦਿਆ ਕਰੋ ਮਾਤਾ ਜੀ। ਉਹਨੂੰ ਕਮਲ ਪੁਣੇ ਦਾ ਮੂੰਹ ਤੇ ਤਾਲਾ ਹੀ ਲਾਤਾ। ਅੰਦਰੋਂ ਅਵਸਥਾ ਉਹਦੀ ਟਿਕੀ ਰਹੀ। ਸਾਰੀ ਉਮਰ ਉਹਨੇ ਆਨੰਦ ਬ੍ਰਹਮਾ ਰਸ ਨੂੰ ਮਾਣਿਆ ਤੇ ਸਰੀਰ ਛੱਡ ਕੇ ਸਦਗਤੀ ਨੂੰ ਪ੍ਰਾਪਤ ਹੋਈ। ਪਰ ਸਾਧ ਸੰਗਤ ਜੀ ਕਮਲੇ ਦੀ ਗੱਲ ਨੂੰ ਫਿਰ ਕੌਣ ਸੱਚ ਮੰਨਦਾ ਹੈ? ਇਸ ਤਰ੍ਹਾਂ ਉਹ ਗੱਲਾਂ ਤਾਂ ਕਰਦੀ ਰਹੀ, ਭਾਵੇਂ ਲੋਕ ਕਹਿੰਦੇ ਆਵਾ ਤਵਾ ਬੋਲਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਨਾਂ ਹੀ ਕੰਨਾਂ ਤੋਂ ਹੈ, ਪਰ ਫਿਰ ਵੀ ਸਿੱਖ ਦੀ ਬੇਨਤੀ ਮਹਾਰਾਜ ਸੁਣਦੇ ਆ। ਪੈਰਾ ਬਾਝੋ ਚੱਲਣਾ, ਬਿਨਾਂ ਹੀ ਪੈਰਾਂ ਤੋਂ ਹੋ ਕਰਕੇ ਫਿਰ ਵੀ ਮਹਾਰਾਜ ਚੱਲ ਕੇ ਸਮੁੰਦਰ ਤੇ ਤੱਟ ਤੱਕ ਪਹੁੰਚ ਗਏ ਸੀਗੇ। ਬਿਨ ਹੱਥਾ ਕਰਨਾ, ਸਾਧ ਸੰਗਤ ਜੀ ਬਿਨਾਂ ਪੈਰਾਂ ਤੋਂ ਹੋਣ ਕਰਕੇ ਸਤਿਗੁਰੂ ਜੀ ਫਿਰ ਵੀ ਵੇਖ ਲਓ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ। ਸਾਰੀ ਧਰਤੀ ਦਾ ਰਟਨ ਕੀਤਾ ਸੱਚੇ ਪਾਤਸ਼ਾਹ ਨੇ। ਜਿੱਥੇ ਜਿੱਥੇ ਦੁਖੀ ਵੇਖੇ ਉੱਥੇ ਉੱਥੇ ਪੁੱਜ ਕੇ ਮਹਾਰਾਜ ਗਏ ਤੇ ਦੁਖੀਆਂ ਨੂੰ ਮਹਾਰਾਜ ਨੇ ਦੁੱਖ ਜਿਹੜੇ ਸੀ ਨਿਵਰਤ ਕੀਤੇ, ਸੁੱਖਾਂ ਦੀ ਦਾਤ ਮਹਾਰਾਜ ਪ੍ਰਦਾਨ ਕੀਤੀ। ਜੀਭੈ ਬਾਝੋ ਬਿਨ ਹੱਥਾ ਕਰਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਲਓ ਬਿਨਾਂ ਹੱਥਾਂ ਤੋਂ ਹੈ ਮਹਾਰਾਜ ਦਾ ਸਰੂਪ। ਪਰ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਰੂਪ ਧਾਰ ਕਰਕੇ ਜਿਹੜੇ ਪ੍ਰਤੱਖ ਹਸਤ ਕਮਲ ਮਹਾਰਾਜ ਜੀ ਨੇ ਜਦੋਂ ਸਾਧ ਸੰਗਤ ਜੀ ਕਿਸੇ ਸਿੱਖ ਦੇ ਸਿਰ ਤੇ ਧਰਿਆ ਨਾ ਤੇ ਕਪਾਟ ਖੋਲ ਦਿੱਤੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਹਨੂੰ ਮਹਾਰਾਜ ਦਾ ਹਸਤ ਕਮਲ ਛੋ ਗਿਆ ਉਹ ਸਾਧ ਸੰਗਤ ਜੀ ਸਤਿਗੁਰਾਂ ਜੀ ਨੂੰ ਪਰਸਦਿਆਂ ਹੀ ਸਤਿਗੁਰ ਖੋਟਿਓ ਖਰੇ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਿਨਾਂ ਹੱਥਾਂ ਤੋਂ ਹੈ, ਫਿਰ ਵੀ ਮਹਾਰਾਜ ਵੇਖੋ ਅਵਤਾਰ ਧਾਰਿਆ ਤੇ ਆਪਣੇ ਹਸਤ ਕਮਲਾਂ ਨਾਲ ਜਿਸ ਜਿਸ ਚੀਜ਼ ਨੂੰ ਛੋਇਆ ਮਹਾਰਾਜ ਦਾ ਹਸਤ ਕਮਲ ਹੀ ਲੱਗਿਆ। ਅੱਜ ਸਾਧ ਸੰਗਤ ਜੀ ਉੱਥੇ ਪੰਜਾ ਸਾਹਿਬ ਬਣ ਗਿਆ। ਮਹਾਰਾਜ ਦਾ ਹਸਤ ਕਮਲ ਹੀ ਲੱਗਿਆ ਉਹਦੇ ਵਿੱਚ, ਤੇ ਅੱਜ ਵੀ ਉੱਥੇ ਹਸਤ ਕਮਲ ਉਵੇਂ ਹੀ ਮਹਾਰਾਜ ਦਾ ਉਕਰਿਆ ਹੋਇਆ ਹੈ। ਤੇ ਉੱਥੇ ਹੁਣ ਦਰਸ਼ਨ ਕਰਨ ਵਾਸਤੇ ਗਏ ਸਾਂ ਸਾਧ ਸੰਗਤ ਜੀ। ਸਤਿਗੁਰਾਂ ਜੀ ਦੇ ਜਿਹੜੇ ਸਥਾਨ ਹੈ ਨਾ, ਉਹਨਾਂ ਦੇ ਅੰਦਰ ਅੱਜ ਵੀ ਉਹ ਰੂਹਾਨੀਅਤ ਵਰਤ ਰਹੀ ਹੈ। ਭਾਵੇਂ ਕਿ ਉੱਥੇ ਇੰਨੀ ਸਿੱਖਾਂ ਦੀ ਆਬਾਦੀ ਨਹੀਂ ਬਹੁਤ ਜ਼ਿਆਦਾ ਹੁਣ, ਕਿਉਂਕਿ ਪਹਿਲਾਂ ਜਿਹੜੀਆਂ ਰੌਣਕਾਂ ਹੁੰਦੀਆਂ ਸੀ ਜਦੋਂ ਦੇਸ਼ ਦੀ ਇਹ ਵੰਡ ਨਹੀਂ ਸੀ ਹੋਈ, ਉਹੋ ਜਿਹੀਆਂ ਰੌਣਕਾਂ ਹੋਰ ਨਹੀਂ। ਹੁਣ ਤਾਂ ਕੋਈ ਯਾਤਰੂ ਜਾਵੇ ਉਹੋ ਹੀ ਦਰਸ਼ਨ ਮੇਲੇ ਕਰਦੇ ਆ ਵਿਰਲੇ ਵਾਂਝੇ, ਜਾਂ ਕੋਈ ਜੋੜ ਮੇਲੇ ਤੇ ਸੰਗਤਾਂ ਜਾਂਦੀਆਂ ਨੇ। ਉੱਥੇ ਸਾਧ ਸੰਗਤ ਜੀ ਜਿਹੜੀਆਂ ਮੱਛੀਆਂ ਹਨ ਨਾ, ਉਹਦੇ ਜਲ ਦੇ ਅੰਦਰ ਬੜਾ ਇੱਕ ਅਨੋਖਾ ਜਿਹਾ ਕ੍ਰਿਸ਼ਮਾ ਹੈ ਕਿ ਸਾਰੀਆਂ ਮੱਛੀਆਂ ਉਸ ਲੱਗੇ ਹੋਏ ਪੰਜਾ ਸਾਹਿਬ ਵੱਲ ਨੂੰ ਮੂੰਹ ਸਿੱਧਾ ਰੱਖਦੀਆਂ, ਉਧਰ ਨੂੰ ਪੇਠੀ ਕੋਈ ਮੱਛੀ ਨਹੀਂ ਕਰਦੀ। ਉਧਰ ਨੂੰ ਹੀ ਉਤਸ਼ਾਹ ਹੋ ਕਰਕੇ ਤਾਂ ਨੂੰ ਮੂੰਹ ਚੁੱਕਦੀਆਂ ਹੋਈਆਂ ਉਧਰ ਨੂੰ ਹੀ ਮੂੰਹ ਰੱਖਦੀਆਂ ਹਨ। ਇਹ ਅੱਖੀਂ ਵੇਖਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਲਓ ਬਿਨਾਂ ਹੱਥਾਂ ਤੋਂ ਹੈ, ਪਰ ਮਹਾਰਾਜ ਦੇ ਪਵਿੱਤਰ ਚਿੰਨ ਹਸਤ ਕਮਲਾਂ ਵਾਲੇ ਧਰਤੀ ਤੇ ਮੌਜੂਦ ਹਨ। ਭਾਈ ਮਰਦਾਨਾ ਜੀ ਦੀ ਰੱਖਿਆ ਵਾਸਤੇ ਮਹਾਰਾਜ ਹੱਥ ਹੀ ਅੱਗੇ ਕਰ ਦਿੱਤਾ ਕਿ ਭਾਈ ਮਰਦਾਨਿਆ ਡਰਦਾ ਕਿਉਂ ਹੈ? ਮੈਂ ਕਿਹਾ ਮਹਾਰਾਜ ਪੱਥਰ ਆ ਗਿਆ ਇਹਦੇ ਥੱਲੇ, ਹੁਣ ਮਹਾਰਾਜ ਕੁਚਲੇ ਜਾਵਾਂਗੇ। ਹਜੂਰ ਕਹਿੰਦੇ ਡਰ ਨਾ, ਕਰਤਾਰ ਭਲੀ ਕਰੇਗਾ। ਪੱਥਰ ਮੋਮ ਕਰ ਦਿੱਤਾ ਸਤਿਗੁਰਾਂ ਜੀ ਦੇ ਹਸਤ ਕਮਲ ਨੇ। ਜੀਭੈ ਬਾਝੋ ਬੋਲਣਾ, ਮਹਾਰਾਜ ਪ੍ਰਤੱਖ ਸਰੂਪ ਤੇ ਜੀਭ ਤੋਂ ਬਿਨਾਂ ਹੈ, ਪਰ ਸਾਧ ਸੰਗਤ ਜੀ ਇਹੋ ਜਿਹਾ ਸਤਿਗੁਰਾਂ ਜੀ ਨੇ ਬੋਲ ਆਪਣੇ ਸ਼੍ਰੀ ਮੁਖ ਤੋਂ ਕਹੇ ਹੈ। ਮਹਾਰਾਜ ਨੇ ਠੰਡ ਵਰਤਾਤੀ, ਸਤਿਗੁਰਾਂ ਨੇ ਆਪਣੇ ਸ਼੍ਰੀ ਕੰਠ ਤੋਂ ਬਾਣੀ ਉਚਾਰਨ ਕੀਤੀ ਹੈ। ਇਹ ਧੁਰ ਕੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਕੀਤੀ ਹੈ ਸੰਸਾਰ ਦੇ ਅੰਦਰ। ਇਉਂ
ਜੀਵਤ ਮਰਣਾ। ਇਉਂ ਸਤਿਗੁਰਾਂ ਜੀ ਦੇ ਅਵਤਾਰ ਨੂੰ ਬ੍ਰਹਮ ਸਰੂਪ ਜਾਣ ਕੇ, ਨਿਰੰਕਾਰ ਰੂਪ ਜਾਣ ਕਰਕੇ ਕਿ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਇਉਂ ਜਾਣ ਕਰਕੇ ਭਾਈ ਜੀਵਤ ਭਾਵ ਤੋਂ ਮਰਨਾ ਕਰੋ, ਸਤਿਗੁਰੂ ਦੇ ਉੱਪਰ ਸ਼ਰਧਾ ਕਰੋ। ਆਪ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ। ਨਾਨਕ ਹੁਕਮ ਪਛਾਣ ਕੈ। ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਹੁਕਮ ਪਛਾਣੋ ਗੁਰੂ ਸਾਹਿਬ ਜੀ ਦਾ, ਸਤਿਗੁਰੂ ਜੀ ਦੀ ਆਗਿਆ ਨੂੰ ਮੰਨੋ। ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਭਾਈ ਖਸਮ ਨੂੰ ਮਿਲਣਾ ਹੁੰਦਾ ਹੈ, ਪਰਮੇਸ਼ਰ ਨੂੰ ਮਿਲਣਾ ਹੁੰਦਾ ਏ। ਅੱਖੀ ਬਾਝੋ ਵੇਖਣਾ। ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਜਿਹੜਾ ਹੁਣ ਇਹ ਮਨ ਦੇ ਪ੍ਰਥਾਏ ਅਰਥ ਹੈ, ਮਨ ਦੀਆਂ ਸਾਧ ਸੰਗਤ ਜੀ ਅੰਦਰ ਕੋਈ ਅੱਖਾਂ ਨੇ, ਪਰ ਇਹ ਜਿਹੜਾ ਮਨ ਹੈ ਨਾ ਅੱਖਾਂ ਦੇ ਬਾਝੋਂ ਹੀ ਵੇਖਦਾ ਰਹਿੰਦਾ ਹੈ। ਜਦੋਂ ਇਹ ਜਗਿਆਸੂ ਜਾਣਦੇ, ਜਦੋਂ ਬਹਿੰਦੇ ਆ ਨਾ ਸਿਮਰਨ ਵਿੱਚ, ਤੇ ਮਨ ਕੀ ਕੁਝ ਦਿਖਾਉਂਦਾ ਹੈ, ਅੱਖਾਂ ਤੋਂ ਬਿਨਾਂ ਹੈ, ਪਰ ਬਹੁਤ ਐਵੇਂ ਰੰਗ ਬਰੰਗੀਆਂ ਚੀਜ਼ਾਂ ਜਿਹੜੀਆਂ ਨਾ ਉਦੋਂ ਜਿਹੜਾ ਦਿਖਾਉਂਦਾ ਰਹਿੰਦਾ ਹੈ, ਸਰੂਪ ਘੜ ਲੈਂਦਾ ਹੈ ਕਈ ਪ੍ਰਕਾਰ ਦੇ। ਇਉਂ ਕਹਿੰਦੇ ਮਹਾਰਾਜ ਕਿ ਭਾਈ ਇਹ ਜਿਹੜਾ ਮਨ ਹੈ ਨਾ, ਇਹ ਅੱਖਾਂ ਹੈ ਨਹੀਂ ਗੀਆਂ ਮਨ ਦੀਆਂ, ਪਰ ਅੱਖਾਂ ਦੇ ਬਾਝੋਂ ਬਿਨਾਂ ਹੀ ਵੇਖਦਾ ਰਹਿੰਦਾ ਏ। ਬਿਨ ਕੰਨਾਂ ਸੁਣਨਾ। ਕੰਨ ਹੈ ਨਹੀਂ ਪ੍ਰਤੱਖ ਰੂਪ ਵਿੱਚ ਮਨ ਦੇ, ਪਰ ਬਿਨਾਂ ਹੀ ਕੰਨਾਂ ਤੋਂ ਨਾ ਸੁਣਦਾ ਰਹਿੰਦਾ ਹੈ, ਅੰਦਰ ਹੀ ਉਹਦੇ ਜਵਾਬ ਵੀ ਦਿੰਦਾ ਰਹਿੰਦਾ ਹੈ, ਆਪਣੀਆਂ ਘਾੜਤਾਂ ਘੜਦਾ ਰਹਿੰਦਾ ਹੈ। ਬਿਨਾਂ ਹੀ ਕੰਨਾਂ ਤੋਂ ਮਹਾਰਾਜ ਕਹਿੰਦੇ ਮਨ ਸੁਣਦਾ ਰਹਿੰਦਾ ਏ। ਪੈਰਾ ਬਾਝੋ ਚੱਲਣਾ। ਬਿਨਾਂ ਹੀ ਪੈਰਾਂ ਤੋਂ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਿਹੜਾ ਮਨ ਹੈ ਨਾ ਇਹ ਚੱਲਦਾ ਰਹਿੰਦਾ ਹੈ। ਪਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ। ਇਉਂ ਮਹਾਰਾਜ ਕਹਿੰਦੇ ਭਾਈ ਮੂੰਹ ਪ੍ਰਤੱਖ ਹੈ ਨਹੀਂਗਾ, ਪਰ ਫਿਰ ਵੀ ਹੱਸੀ ਜਾਂਦਾ ਅੰਦਰ ਹੀ, ਤੇ ਪੈਰ ਹੈ ਨਹੀਂਗੇ ਪ੍ਰਤੱਖ, ਪਰ ਮਹਾਰਾਜ ਕਹਿੰਦੇ ਭਾਈ ਦੱਖਣ ਦਿੱਲੀ ਜਿੱਥੇ ਮਰਜੀ ਫੇਰ ਆਉਂਦਾ, ਝਾਟੀ ਸਕਿੰਟਾਂ 'ਚ ਹੀ ਜਾ ਆਉਂਦਾ ਹੈ। ਪ੍ਰਤੱਖ ਪੈਰ ਹੈ ਨਹੀਂਗੇ, ਪਰ ਫਿਰ ਵੀ ਮਹਾਰਾਜ ਕਹਿੰਦੇ ਭਾਈ ਬਿਨਾਂ ਹੀ ਪੈਰਾਂ ਤੋਂ ਤੁਰਦਾ ਫਿਰਦਾ ਰਹਿੰਦਾ ਏ। ਬਿਨ ਹੱਥਾਂ ਕਰਨਾ। ਬਿਨਾਂ ਹੀ ਹੱਥਾਂ ਤੋਂ ਹੈ ਮਨ, ਪਰ ਕਈ ਕੁਝ ਕਰਦਾ ਰਹਿੰਦਾ ਹੈ। ਆਹ ਬਣਾਵਾਂਗੇ, ਆਹ ਕਰਾਂਗੇ, ਖਰੇ ਕੋਠੀ ਬਣਾ ਦੇ ਉੱਥੇ ਬੈਠਾ ਬੈਠਾ ਆਪਣੇ ਹੱਥਾਂ ਨਾਲ, ਹੱਥ ਹੈ ਨਹੀਂ ਤੇ ਪਤਾ ਨਹੀਂ ਹੱਥਾਂ ਨਾਲ ਕੀ ਕੁਛ ਬਣਾਈ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਭਾਈ ਬਿਨਾਂ ਹੱਥਾਂ ਤੋਂ ਮਨ ਜਿਹੜਾ ਨਾ ਕਈ ਕਾਰਾਂ ਕਰ ਦਿੰਦਾ ਏ। ਜੀਭ ਹੈ ਬਾਝੋ ਬੋਲਣਾ। ਹਜੂਰ ਕਹਿੰਦੇ ਜੀਭ ਤੋਂ ਬਿਨਾਂ ਹੈ ਮਨ, ਪਰ ਬੋਲਦਾ ਹੈ, ਅੰਦਰ ਗੱਲਾਂ ਕਰਦਾ ਰਹਿੰਦਾ ਹੈ। ਜਿਹੜੇ ਅਭਿਆਸੀ ਨਾਮ ਜਪਦੇ ਆ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ, ਕਿਉਂਕਿ ਮਨ ਆਪਣੇ ਆਪ ਤੇ ਨਿਗਾਹ ਨਹੀਂ ਆਉਣ ਦਿੰਦਾ ਜਿੰਨਾ ਚਿਰ ਸਿਮਰਨ ਨਾ ਕਰੀਏ। ਕਿੰਨਾ ਕੁਝ ਉਪਦੇਸ਼ ਸੁਣ ਲਈਏ, ਜੇ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ ਕਮਾਈਏ ਨਾ ਆਪ ਸ਼ਬਦ ਦਾ ਅਭਿਆਸ ਨਾ ਕਰੀਏ, ਤੇ ਮਨ ਆਪਣੇ ਤੇ ਨਿਗਾਹ ਹੀ ਨਹੀਂ ਪੈਣ ਦਿੰਦਾ, ਇਹ ਵੇਖਣ ਹੀ ਨਹੀਂ ਦਿੰਦਾ ਆਪਣੇ ਵੱਲ। ਤੇ ਇਸ ਕਰਾ ਸਾਰਾ ਕੁਝ ਇਹੀ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਫਿਰ ਪੜੋ। ਜੀਭ ਹੈ ਬਾਝੋ ਬੋਲਣਾ। ਜੀਭ ਤੋਂ ਬਿਨਾਂ ਹੈ ਮਨ, ਪਰ ਫਿਰ ਵੀ ਮਹਾਰਾਜ ਕਹਿੰਦੇ ਭਾਈ ਅੰਦਰ ਬੋਲਦਾ ਰਹਿੰਦਾ, ਫੁਰਨਿਆਂ ਤੇ ਫੁਰਨੇ ਗੱਲਾਂ ਕਰਾਈ ਜਾਂਦਾ ਏ। ਇਉਂ ਜੀਵਤ ਮਰਣਾ। ਇਉਂ ਮਨ ਦੀ ਅਵਸਥਾ ਨੂੰ ਬੁੱਝ ਕੇ ਮਹਾਰਾਜ ਕਹਿੰਦੇ ਜੀਵਤ ਭਾਵ ਤੋਂ ਭਾਈ ਮਰਨਾ ਕਰੋ, ਮਨ ਨੂੰ ਸਮਾਪਤ ਕਰੋ ਆਪਣੇ ਅੰਦਰ। ਨਾਨਕ ਹੁਕਮ ਪਛਾਣ ਕੈ। ਇਉਂ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਦੀ ਸਿੱਖਿਆ ਨੂੰ, ਹੁਕਮ ਨੂੰ ਪਹਿਚਾਨ ਕਰਕੇ ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਭਾਈ ਖਸਮ ਨਾਲ, ਵਾਹਿਗੁਰੂ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਿਲਾਪ ਹੁੰਦਾ ਏ। ਅੱਖੀ ਬਾਝੋ ਵੇਖਣਾ। ਸਾਧ ਸੰਗਤ ਜੀ ਅੰਦਰ ਨਾ ਮਾਨਸੀ ਪੂਜਾ ਹੁੰਦੀ ਹੈ। ਹੁਣ ਉਹਦੇ ਅਰਥ ਹਨ, ਜਿਵੇਂ ਰਾਮਾਨੰਦ ਜੀ ਪੂਜਾ ਕਰਦੇ ਹੁੰਦੇ ਸੀ ਨਾ, ਰਾਮਾਨੰਦ ਜੀ ਦੇ ਨਾ ਭਗਤ ਕਬੀਰ ਸਾਹਿਬ ਜੀ ਮਿਲਣ ਗਏ, ਤੇ ਜਦੋਂ ਮਿਲਣ ਗਏ ਉਦੋਂ ਮਾਨਸੀ ਪੂਜਾ ਕਰ ਰਹੇ ਸੀ ਰਾਮਾਨੰਦ ਜੀ। ਤੇ ਮਾਨਸੀ ਪੂਜਾ ਕੀ ਕਰਦੇ ਹੁੰਦੇ ਆ, ਅੰਦਰੇ ਹੀ ਨਾ ਧਿਆਨ ਨਾਲ ਉਹ ਭਗਵਾਨ ਨੂੰ ਤਿਲਕ ਲਾਉਣਾ, ਫੁੱਲ ਅਰਪਣ ਕਰਨੇ, ਮਾਲਾ ਪਹਿਨਾਉਣੀ। ਤੇ ਰਾਮਾਨੰਦ ਜੀ ਇਹ ਪੂਜਾ ਕਰ ਰਹੇ ਸੀਗੇ, ਤੇ ਕਬੀਰ ਜੀ ਜਾ ਕੇ ਬਹਿ ਗਏ। ਤੇ ਜਿਸ ਵਕਤ ਰਾਮਾਨੰਦ ਜੀ ਮੁਕਟ ਪਹਿਲਾਂ ਪਹਿਨਾ ਲਿਆ ਭਗਵਾਨ ਨੂੰ, ਤੇ ਹਾਰ ਜਿਹੜਾ ਸੀ ਉਹ ਹੁਣ ਉਹ ਪਾਉਣ ਦਾ ਪਹਿਲੋਂ ਚੇਤਾ ਨਾ ਰਿਹਾ, ਤੇ ਮਨ ਦੇ ਅੰਦਰ ਦੁਬਿਧਾ 'ਚ ਪੈ ਗਏ ਕਿ ਜੇ ਹੁਣ ਹਾਰ ਪਾਉਣਾ ਤੇ ਮੁਕਟ ਲਾਵਾਂ ਤੇ ਫਿਰ ਬੇਅਦਬੀ ਹੈ, ਤੇ ਜੇ ਹਾਰ ਪਾਉਂਦਾ ਨਹੀਂ ਤੇ ਪੂਜਾ ਨਹੀਂ ਪੂਰੀ ਹੁੰਦੀ, ਕੀ ਕਰੀਏ। ਇਹ ਰਾਮਾਨੰਦ ਜੀ ਦੁਬਿਧਾ 'ਚ ਪਏ, ਤੇ ਲਾਗੋਂ ਭਗਤ ਕਬੀਰ ਸਾਹਿਬ ਜੀ ਹੁਣ ਅਵਸਥਾ ਹੈ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਉਪਦੇਸ਼ ਲਿਆ ਰਾਮਾਨੰਦ ਜੀ ਨੇ, ਫਿਰ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ, ਭਾਵੇਂ ਤਾਂ ਪਹਿਲੋਂ ਜਿਹੜਾ ਸੀਗਾ ਉਹ ਗੰਗਾ ਦੀਆਂ ਪੌੜੀਆਂ 'ਚ ਭਗਤ ਕਬੀਰ ਜੀ ਪੈ ਗਏ ਸੀ, ਤੇ ਰਾਮਾਨੰਦ ਜੀ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਕਰਨ ਆਏ ਤਾਂ
ਠੇਡਾ ਲੱਗਿਆ ਤੇ ਉਹ ਜਾਣ ਕੇ ਪਏ ਸੀ ਕਬੀਰ ਸਾਹਿਬ, ਕਿਉਂਕਿ ਕਬੀਰ ਸਾਹਿਬ ਨੂੰ ਜਲਾਹਾ ਜਾਣ ਕੇ ਰਾਮਾਨੰਦ ਜੀ ਉਪਦੇਸ਼ ਨਹੀਂ ਸੀ ਦਿੰਦੇ। ਤੇ ਕਬੀਰ ਜੀ ਨੇ ਕਿਹਾ ਕਿ ਭਾਈ ਪੂਰਨ ਨੇ ਇਹਨਾਂ ਕੋ ਉਪਦੇਸ਼ ਲੈਣਾ ਹੈ। ਉਹ ਜਦੋਂ ਠੇਡਾ ਲੱਗਿਆ ਤਾਂ ਕਹਿੰਦੇ ਉਹ ਰਾਮ ਕੇ ਰਾਮ ਕਹੋ, ਭਾਵ ਅੰਮ੍ਰਿਤ ਵੇਲੇ ਦਾ ਸਮਾਂ, ਰਾਮ ਦੇ ਬੰਦਿਆ ਉੱਠ ਕੇ ਰਾਮ ਦਾ ਨਾਮ ਜਪ। ਤੇ ਉਹ ਕਬੀਰ ਸਾਹਿਬ ਨੇ ਉਹੋ ਹੀ ਉਪਦੇਸ਼ ਸਮਝ ਲਿਆ ਵੀ ਮੈਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ। ਤੇ ਫਿਰ ਕਬੀਰ ਜੀ ਦੀ ਪ੍ਰਸਿੱਧੀ ਬੜੀ ਹੋਈ ਸੀ। ਉਹ ਜਦੋਂ ਕਬੀਰ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਕਹਿੰਦੇ ਰਾਮਾਨੰਦ ਜੀ। ਰਾਮਾਨੰਦ ਜੀ ਨੂੰ ਪਤਾ ਲੱਗਾ, ਉਹ ਕਹਿੰਦੇ ਲੈ ਕੇ ਆਓ ਮੇਰੇ ਕੋਲ, ਮੈਂ ਤਾਂ ਉਹਨੂੰ ਉਪਦੇਸ਼ ਨਹੀਂ ਦਿੱਤਾ। ਇਉਂ ਜਦੋਂ ਫਿਰ ਆਏ ਸੀ ਕਬੀਰ ਸਾਹਿਬ ਤੇ ਇਉਂ ਰਾਮਾਨੰਦ ਜੀ ਮਾਨਸੀ ਪੂਜਾ ਕਰ ਰਹੇ ਸੀ। ਤੇ ਇਹ ਫਿਰ ਕਬੀਰ ਸਾਹਿਬ ਨੇ ਵੇਖ ਕੇ ਨਾ, ਕਮਾਈ ਸੀਗੀ, ਸ਼ਬਦ ਦੀ ਕਮਾਈ ਕਰ ਲਈ। ਤਾਂ ਕੰਨ ਵਿੱਚ ਰਾਮਾਨੰਦ ਜੀ ਨੂੰ ਕਹਿੰਦੇ, ਰਾਮਾਨੰਦ ਜੀ ਇਸ ਪ੍ਰਕਾਰ ਜਿਹੜੀ ਇਹ ਆਪਣਾ ਜਿਹੜਾ ਤੁਸੀਂ ਹਾਰ ਪਾ ਰਹੇ ਹੋ, ਇਹਦੀ ਗੰਢ ਖੋਲ ਕੇ ਭਗਵਾਨ ਦੇ ਗਲ ਵਿੱਚ ਪਾ ਦਿਓ, ਪ੍ਰਤੱਖ ਮੁਕਟ ਲਾਉਣ ਦੀ ਵੀ ਕੋਈ ਲੋੜ ਨਹੀਂ। ਤੇ ਫਿਰ ਰਾਮਾਨੰਦ ਜੀ ਨੇ ਜਿਹੜੀ ਸੀ ਨਾ ਇਸ ਪ੍ਰਕਾਰ ਉਹ ਹਾਰ ਦੀ ਗੰਢ ਖੋਲ ਕੇ ਤੇ ਉਹਦੇ ਜਿਹੜੀ ਸੀ ਭਗਵਾਨ ਦੀ ਮੂਰਤੀ ਦੇ ਗਲ ਵਿੱਚ ਪਾਈ। ਇਸ ਪ੍ਰਕਾਰ ਸਾਧ ਸੰਗਤ ਜੀ ਕਈ ਵੱਖਰੇ ਢੰਗ ਨਾਲ ਵੀ ਇਹਨੂੰ ਸਮਝਦੇ ਆ, ਪਰ ਜੈਸੀ ਸਤਪੁਰਸ਼ਾਂ ਨੇ ਸੰਪਰਦਾ ਦੇ ਅੰਦਰ ਸੁਣਾਈ ਹੈ। ਤੋ ਇਹ ਰਾਮਾਨੰਦ ਜੀ ਨੇ ਜਿਸ ਵਕਤ ਕਬੀਰ ਸਾਹਿਬ ਦੇ ਕੋਲੋਂ ਸੁਣਿਆ ਤਾਂ ਕਬੀਰ ਸਾਹਿਬ ਨੂੰ ਵੇਖਿਆ ਕਿ ਤੈਨੂੰ ਇਹ ਕਿਵੇਂ ਪਤਾ ਲੱਗਾ ਹੈ। ਤੇ ਇਹ ਮਾਨਸੀ ਪੂਜਾ ਸਾਧ ਸੰਗਤ ਜੀ ਜਿਵੇਂ ਹੁੰਦੀ ਹੈ, ਉਹਦੇ ਅਰਥ ਹਨ, ਸੁਣੋ। ਅੱਖੀ ਬਾਝਹੁ ਵੇਖਣਾ, ਅੱਖਾਂ ਤੋਂ ਬਿਨਾਂ ਹੈ ਉਹ ਸਰੂਪ, ਪਰ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੇ ਭਗਤ ਬਣ ਉਹ ਅੰਦਰ ਅੱਖਾਂ ਨਾਲ ਵੇਖ ਕਰਕੇ ਪਰਮੇਸ਼ਰ ਦਾ ਜਿਹੜਾ ਅੰਦਰਲੇ ਚਕਸ਼ੂਆਂ ਨਾਲ ਦਰਸ਼ਨ ਕਰਦੇ ਆ। ਬਿਨ ਕੰਨਾਂ ਸੁਣਨਾ, ਬਿਨਾਂ ਕੰਨਾਂ ਤੋਂ ਪ੍ਰਤੱਖ ਜਿਹੜੇ ਬਾਹਰਲੇ ਕੰਨਾਂ ਤੋਂ ਬਿਨਾਂ ਹੀ ਪਰਮੇਸ਼ਰ ਦਾ ਜਿਹੜਾ ਨਾਮ ਹਨ ਉਹ ਸੁਣਦੇ ਆ ਭਗਤ ਪਿਆਰ ਦੇ ਨਾਲ। ਪੈਰਾ ਬਾਝਹੁ ਚੱਲਣਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹਦੀ ਪੂਜਾ ਕਰਨ ਵਾਸਤੇ ਨਾ ਉਹ ਪੈਰਾਂ ਤੋਂ ਬਿਨਾਂ ਹੀ ਚੱਲ ਕਰਕੇ ਸੰਕਲਪ ਨਾਲ ਸੁਰਤ ਜੋੜ ਕੇ ਹੀ ਪਹੁੰਚ ਜਾਂਦੇ ਆ ਜਿੱਥੇ ਜਾਣਾ ਚਾਹਣ। ਇਉਂ ਕਈ ਸਤਪੁਰਸ਼ ਸਾਧ ਸੰਗਤ ਜੀ ਪੰਜਾਂ ਤਖਤਾਂ ਦੇ ਸੁਰਤ ਜੋੜ ਕੇ ਰੋਜ਼ ਦਰਸ਼ਨ ਕਰ ਲੈਂਦੇ ਆ। ਬਿਨ ਹੱਥਾਂ ਕਰਨਾ, ਬਿਨਾਂ ਹੀ ਹੱਥਾਂ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਸੇਵਾ ਕਰਦੇ ਆ, ਪਿਆਰ ਦੇ ਹੱਥਾਂ ਨਾਲ ਸੇਵਾ ਕਰਦੇ ਆ, ਧਿਆਨ ਦੇ ਹੱਥਾਂ ਨਾਲ ਸੇਵਾ ਕਰਦੇ ਆ। ਜਿਵੇਂ ਸਾਧ ਸੰਗਤ ਜੀ ਬਿਨਾਂ ਹੀ ਹੱਥਾਂ ਤੋਂ ਭਾਈ ਗੋਂਦਾ ਜੀ ਨੇ ਸੱਚੇ ਪਾਤਸ਼ਾਹ ਦੇ ਚਰਨ ਪਕੜ ਲਏ ਸੀ ਨਾ, ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਬਿਨਾਂ ਹੱਥਾਂ ਤੋਂ, ਕਿਉਂਕਿ ਕੀਰਤਪੁਰ ਸਾਹਿਬ ਤੱਕ ਤਾਂ ਹੱਥ ਨਹੀਂ ਨਾ ਸੀ ਪਹੁੰਚੇ ਭਾਈ ਗੋਂਦਾ ਜੀ ਦੇ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਧਿਆਨ ਨਾਲ ਹੀ ਉਹਨਾਂ ਨੇ ਚਰਨਾਂ ਤੇ ਮੱਥਾ ਟੇਕਿਆ ਤੇ ਐਸੀ ਮਾਨਸੀ ਪੂਜਾ ਕਰਦੇ ਸੀ, ਅੰਦਰ ਹੀ ਪਿਆਰ ਦੇ ਨਾਲ ਰੋਜ਼ ਮਹਾਰਾਜ ਦਾ ਦਰਸ਼ਨ ਕਰਦੇ ਸੀ। ਫਿਰ ਸਤਿਗੁਰੂ ਜੀ ਵੀ ਇੱਧਰ ਸਾਰਾ ਦਿਨ ਮਹਾਰਾਜ ਤਖਤ ਤੇ ਬੈਠੇ ਹੀ ਰਹੇ ਕਿ ਸਿੱਖ ਦੀ ਬਿਰਤੀ ਨਾ ਹਿੱਲ ਜੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਿਨਾਂ ਹੀ ਹੱਥਾਂ ਤੋਂ ਸਿੱਖ ਜਿਹੜੇ ਹੈ ਭਾਵਨਾ ਨਾਲ ਮਹਾਰਾਜ ਦੇ ਚਰਨ ਪਕੜ ਲੈਂਦੇ ਆ। ਜੀਭੈ ਬਾਝਹੁ ਬੋਲਣਾ, ਜੀਭ ਤੋਂ ਬਿਨਾਂ ਹੀ ਐ ਸਾਧ ਸੰਗਤ ਜੀ, ਜੀਭ ਤੋਂ ਬਿਨਾਂ ਹੀ ਬੋਲ ਲੈਂਦੇ, ਮਹਾਰਾਜ ਕੋਲ ਆਪਣੀ ਬੇਨਤੀ ਪਹੁੰਚਾ ਲੈਂਦੇ ਆ। ਤੇ ਇਸ ਪ੍ਰਕਾਰ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਲਾਹੌਰੋਂ ਆਏ ਨਾ ਸਤਿਗੁਰੂ ਜੀ, ਉਥੋਂ ਮਹਾਰਾਜ ਅੰਬ ਲੈ ਕੇ ਆਏ ਸੀ ਤੇ ਇੱਥੇ ਭੈਰੋਵਾਲ ਤੱਕ ਜਦੋਂ ਪਹੁੰਚੇ ਉਹ ਫਲ ਬੜਾ ਰਸ ਗਿਆ ਸੀ ਸਾਧ ਸੰਗਤ ਜੀ, ਉਹਦੇ ਫੁੱਟ ਜਾਣ ਦਾ ਡਰ ਸੀ। ਤੇ ਮਨ ਦੇ ਅੰਦਰ ਖਿਆਲ ਆਇਆ ਕਿ ਤਾਂ ਹੁਣ ਗੋਇੰਦਵਾਲ ਸਾਹਿਬ ਨਹੀਂ ਪਹੁੰਚਣਾ। ਤੇ ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਧਿਆਨ ਕਰਕੇ ਨਾ ਸਤਿਗੁਰਾਂ ਜੀ ਨੇ ਉਹ ਫਲ ਆਪਣੇ ਮੁਖ ਚ ਪਾ ਲਿਆ। ਤੇ ਇੱਧਰ ਉਹ ਰਸ ਜਿਹੜਾ ਸੀ ਨਾ ਫਲ ਦਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਲੈ ਰਹੇ ਆਪਣੀ ਜੀਭਾ ਦੇ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਠਲੀ ਵੀ ਕੱਢ ਕੇ ਭਾਈ ਬੱਲੂ ਨੂੰ ਦਿੱਤੀ ਕਿ ਰੱਖੀ ਭਾਈ ਬੱਲੂ, ਜਦੋਂ ਮੰਗਾਂਗੇ ਉਦੋਂ ਦੇਵੀਂ। ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਆਏ ਸੀ ਉਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਸਾਧ ਸੰਗਤ ਜੀ ਇਉਂ ਆਖਿਆ ਕਿ ਭਾਈ ਪੁਰਖਾ ਤੁਸੀਂ ਲਾਹੌਰੋਂ ਆਏ, ਸਾਡੇ ਲਈ ਕੀ ਲੈ ਕੇ ਆਏ ਹੋ? ਪਹਿਲਾਂ ਤਾਂ ਉੱਥੇ ਲਾਹੌਰ ਦੇ ਸ਼ਹਿਰ ਵਿੱਚ ਇੱਕ ਪਸ਼ਮੀਨੇ ਦਾ ਵਸਤਰ ਵੇਖਿਆ ਏਡਾ ਸੋਹਣਾ, ਤੇ ਆਖਿਆ ਇਹ ਮਹਾਰਾਜ ਵਾਸਤੇ ਚਾਹੀਦਾ। ਤੇ ਫਿਰ ਮਨ ਦੇ ਅੰਦਰ ਖਿਆਲ ਕੀਤਾ ਕਿ ਇੰਨੇ ਸਾਡੇ ਕੋਲ ਪੈਸੇ ਹੈ ਨਹੀਂ, ਤੇ ਆਪਾਂ ਪਰ ਭੇਟ ਹੈ ਮਹਾਰਾਜ ਨੂੰ ਜ਼ਰੂਰ ਕਰਨਾ ਹੈ। ਤੇ ਇਹ ਮਨ ਦੀ ਭਾਵਨਾ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਨਾ ਧਿਆਨ ਦੇ ਨਾਲ ਸਾਧ ਸੰਗਤ ਜੀ ਉਸ ਰੇਸ਼ਮੀ ਬਸਤਰ ਨੂੰ ਸਵਾ ਲਿਆ। ਉਹ ਰੇਸ਼ਮੀ ਬਸਤਰ ਉੱਥੇ ਹੀ ਪਿਆ, ਧਿਆਨ ਨਾਲ ਸਵਾ ਲਿਆ। ਸਵਾ ਕੇ ਚੋਗਾ ਨਾ ਤੇ ਗੁਰੂ ਸਾਹਿਬ ਜੀ ਨੂੰ ਫਿਰ ਭੇਟ ਕੀਤਾ ਧਿਆਨ ਦੇ ਨਾਲ। ਇੱਧਰ ਤਖਤ ਤੇ ਬੈਠੇ ਮਹਾਰਾਜ ਬਾਜੂਆਂ ਉੱਪਰ ਨੂੰ ਚੱਕੀਆਂ। ਸੱਚੇ ਪਾਤਸ਼ਾਹ ਜੀ ਇਉਂ ਹਰਕਤ ਕੀਤੀ ਜਿਵੇਂ ਚੋਲਾ ਪਹਿਨੀਦਾ। ਸਿੱਖ ਕਹਿੰਦੇ ਮਹਾਰਾਜ ਇਹ ਕੀ ਕਰ ਰਹੇ ਹੋ ਆਪ?
ਮਹਾਰਾਜ ਕਹਿੰਦੇ ਭਾਈ ਸਾਡਾ ਸੇਵਾਦਾਰ ਲਾਹੌਰ ਚ ਸਾਨੂੰ ਨਾ ਚੋਲਾ ਰੇਸ਼ਮੀ ਪਹਿਨਾ ਰਿਹਾ ਹੈ। ਇਹ ਗਰੀਬ ਨਿਵਾਜ ਸਤਿਗੁਰਾਂ ਆਖਿਆ। ਫਿਰ ਜਦੋਂ ਫਲ ਮਹਾਰਾਜ ਨੇ ਆਪਣੇ ਹੀ ਮੁਖ ਚ ਪਾ ਲਿਆ, ਵੇਖ ਲਓ ਬਿਨਾਂ ਹੀ ਜੀਭਾ ਤੋਂ ਮਹਾਰਾਜ ਨੂੰ ਉਹ ਰਸ ਜਿਹੜਾ ਸੀ ਉੱਥੇ ਹੀ ਪਹੁੰਚ ਗਿਆ ਸਤਿਗੁਰਾਂ ਜੀ ਨੂੰ। ਜਦੋਂ ਆਏ ਪੁੱਛਿਆ, ਮਹਾਰਾਜ ਨੇ ਕਿਹਾ ਲਾਹੌਰੋਂ ਸਾਡੇ ਲਈ ਕੀ ਲੈ ਕੇ ਆਏ ਹੋ? ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਿਆਰ ਨਾਲ ਭਰੇ ਹੋਏ ਨੇਤਰ ਹਜੂਰ ਨੇ ਨਮਸਕਾਰ ਕੀਤੀ, ਲਾਜ ਭਰੇ ਨੇਤਰਾਂ ਨਾਲ ਆਖਿਆ, ਸਤਿਗੁਰੂ ਜੀ ਜੋ ਅਸੀਂ ਲਿਆਏ ਸਾਂ ਆਪ ਨੂੰ ਭੇਟ ਕਰ ਦਿੱਤਾ ਗਰੀਬ ਨਵਾਜ, ਆਪ ਜਾਣਦੇ। ਇਹ ਸਤਿਗੁਰਾਂ ਜੀ ਨੇ ਆਖਿਆ ਤੇ ਮਹਾਰਾਜ ਨੇ ਫਿਰ ਸਾਰੀ ਸੰਗਤ ਨੂੰ ਜਨਾਉਣ ਲਈ ਆਖਿਆ। ਮਹਾਰਾਜ ਕਹਿੰਦੇ ਭਾਈ ਬੱਲੂ ਲਿਆ ਭਾਈ ਉਹ ਗਿਟਕ ਲਿਆ। ਮਹਾਰਾਜ ਕਹਿੰਦੇ ਵੇਖੋ ਸਾਨੂੰ ਅੰਬ ਵੀ ਛਕਾਇਆ, ਸਾਨੂੰ ਰੇਸ਼ਮੀ ਚੋਲਾ ਵੀ ਇਹਨਾਂ ਨੇ ਭੇਟ ਕੀਤਾ ਹੈ। ਇਉਂ ਮਹਾਰਾਜ ਬਿਨਾਂ ਹੀ ਜੀਭਾ ਤੋਂ ਸਾਧ ਸੰਗਤ ਜੀ ਪਿਆਰ ਦਾ ਰਸ ਵੀ ਸਤਿਗੁਰੂ ਜੀ ਸਿੱਖਾਂ ਦਾ ਪ੍ਰਾਪਤ ਕਰ ਲੈਂਦੇ ਆ। ਇਉਂ ਜੀਵਤ ਮਰਣਾ, ਇਉਂ ਸਤਿਗੁਰਾਂ ਜੀ ਨੂੰ ਪ੍ਰਤੱਖ ਜਾਣ ਕਰਕੇ ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੈ, ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਨ ਕਰਕੇ ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਖਸਮ ਨਾਲ ਭਾਈ ਮਾਲਕ ਨਾਲ ਮਿਲਾਪ ਹੁੰਦਾ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਮਹਾਰਾਜ ਕਹਿੰਦੇ ਹੁਣ ਗੁਰਮੁਖਾਂ ਦੇ ਪ੍ਰਕਰਣ ਦੇ ਅਰਥ ਹਨ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਹਨ ਉਹ ਅੱਖਾਂ ਤੋਂ ਬਗੈਰ ਹਨ, ਕਿਉਂਕਿ ਪਰਾਇਆ ਰੂਪ ਨਹੀਂ ਵੇਖਦੇ। ਉਹਨਾਂ ਦੀਆਂ ਅੱਖਾਂ ਜਿਹੜੀਆਂ ਨਾ ਪਰਾਇਆ ਰੂਪ ਵੇਖਣ ਤੋਂ ਬਗੈਰ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਕਹਿੰਦੇ ਸੰਗਤ ਦਾ ਦਰਸ਼ਨ ਵੇਖਦੇ ਐ, ਉਹਨਾਂ ਨੂੰ ਤਾਂ ਉਸ ਪਰਾਏ ਰੂਪ ਦੇ ਅੰਦਰੋਂ ਵੀ ਵਾਹਿਗੁਰੂ ਦੀ ਜੋਤ ਹੀ ਮਹਾਰਾਜ ਕਹਿੰਦੇ ਦਿਸਦੀ ਹੈ। ਰੂਪ ਵੇਖਣ ਵੱਲੋਂ ਉਹਨਾਂ ਦੀਆਂ ਅੱਖਾਂ ਜਿਹੜੀਆਂ ਹਨ ਬਿਨਾਂ ਹਨ, ਉਹਦੇ ਵਿੱਚ ਵੀ ਪਰਮੇਸ਼ਰ ਦਾ ਸਰੂਪ ਵੇਖਣਾ ਕਰਦੇ ਆ। ਵਿਣ ਕੰਨਾ ਸੁਣਨਾ। ਮਹਾਰਾਜ ਕਹਿੰਦੇ ਕਿਸੇ ਦੀ ਨਿੰਦਾ ਚੁਗਲੀ ਸੁਣਨ ਤੋਂ ਰਹਿਤ ਨੇ ਗੁਰਮੁਖ। ਉਹ ਕੰਨ ਹੀ ਹੈ ਨਹੀਂ ਉਹਨਾਂ ਦੇ, ਉਹਨਾਂ ਨੂੰ ਸੁਣਦੀ ਨਹੀਂ ਕਿਸੇ ਦੀ ਨਿੰਦਾ ਚੁਗਲੀ, ਵਾਹਿਗੁਰੂ ਦਾ ਨਾਮ ਸੁਣਨਾ ਕਰਦੇ ਆ। ਪੈਰਾ ਬਾਝੋ ਚੱਲਣਾ। ਹਜੂਰ ਕਹਿੰਦੇ ਪੈਰਾਂ ਤੋਂ ਬਿਨਾਂ ਭਾਈ ਗੁਰਮੁਖ ਪਿੰਗਲੇ ਐ ਕੁਸੰਗਤ ਵੱਲ ਚੱਲਣ ਤੋਂ। ਉਹ ਨਹੀਂ ਜਾਂਦੇ ਸ਼ਰਾਬ ਖਾਨਿਆਂ ਚ, ਉਹ ਨਹੀਂ ਜਾਂਦੇ ਪਾਪ ਕਰਮ ਜਿੱਥੇ ਹੁੰਦੇ ਆ, ਉਧਰ ਚੱਲਣ ਵੱਲੋਂ ਪਿੰਗਲੇ ਐ। ਵਾਹਿਗੁਰੂ ਦੇ ਘਰ ਵੱਲ ਨੂੰ ਮਹਾਰਾਜ ਕਹਿੰਦੇ ਭਾਈ ਬਿਨਾਂ ਹੀ ਪੈਰਾਂ ਤੋਂ ਉਧਰੋਂ ਪਿੰਗਲੇ ਆ, ਤੇ ਇੱਧਰ ਮਹਾਰਾਜ ਕਹਿੰਦੇ ਸਤ ਸੰਗਤ ਵੱਲ ਨੂੰ ਭਾਈ ਚੱਲਦੇ ਆ। ਵਿਣ ਹੱਥਾ ਕਰਨਾ। ਮਹਾਰਾਜ ਕਹਿੰਦੇ ਭਾਈ ਪਾਪ ਕਰਨ ਵੱਲੋਂ ਨਾ ਬਿਨਾਂ ਹੱਥਾਂ ਤੋਂ ਐ, ਕਿਸੇ ਗਰੀਬ ਨੂੰ ਮਾਰਨ ਵੱਲੋਂ ਬਿਨਾਂ ਹੱਥਾਂ ਤੋਂ ਐ। ਮਹਾਰਾਜ ਕਹਿੰਦੇ ਉਦੋਂ ਟੁੰਡੇ ਆ ਉਧਰ ਨਹੀਂ ਮਾਰਦੇ ਗੁਰਮੁਖ। ਤੇ ਜਿਹੜੀ ਕਿਸੇ ਦੀ ਟਹਿਲ ਕਰਨੀ ਹੈ, ਕਿਸੇ ਦੀ ਸੇਵਾ ਕਰਨੀ ਹੈ, ਇਹ ਮਹਾਰਾਜ ਕਹਿੰਦੇ ਸੇਵਾ ਕਰਨ ਰੂਪੀ ਹੱਥ ਹੈ ਭਾਈ ਗੁਰਮੁਖਾਂ ਦੇ। ਜੀਭ ਹੈ ਬਾਝੋ ਬੋਲਣਾ। ਫਿਰ ਹਜੂਰ ਕਹਿੰਦੇ ਕੌੜਾ ਵਾਕ ਜੀਭ ਤੋਂ ਨਹੀਂ ਬੋਲਦੇ, ਨਿੰਦਾ ਨਹੀਂ ਆਪਣੇ ਮੂੰਹ ਤੋਂ ਬੋਲਦੇ, ਗਾਲ ਨਹੀਂ ਆਪਣੇ ਮੂੰਹ ਤੋਂ ਕੱਢਦੇ, ਗੂੰਗੇ ਉਸ ਪਾਸੋਂ ਵਾਹਿਗੁਰੂ ਦੀ ਬਾਣੀ ਬੋਲਦੇ ਆ, ਸਤਿਗੁਰੂ ਜੀ ਦਾ ਨਾਮ ਬੋਲਦੇ ਆ। ਇਉਂ ਜੀਵਤ ਮਰਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਾਣ ਕੇ ਜੀਵਤ ਭਾਵ ਤੋਂ ਮਰ ਜਾਂਦੇ ਔਗਣਾ ਵੱਲੋਂ। ਨਾਨਕ ਹੁਕਮ ਪਛਾਣ ਕੈ। ਹਜੂਰ ਕਹਿੰਦੇ ਭਾਈ ਉਹ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਨ ਕਰਕੇ ਤਉ ਖਸਮੈ ਮਿਲਣਾ। ਤਾਂ ਖਸਮ ਨਾਲ ਵਾਹਿਗੁਰੂ ਨਾਲ ਮਿਲਾਪ ਹੁੰਦਾ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨਮੁਖ ਹਨ ਉਹ ਅੰਨੇ ਆ ਅੱਖਾਂ ਦੇ ਹੁੰਦਿਆਂ ਹੋਇਆਂ ਵੀ, ਉਹਨਾਂ ਨੂੰ ਸਤ ਸੰਗਤ ਨਹੀਂ ਦਿਸਦੀ, ਗੁਰੂ ਸਾਹਿਬ ਦਾ ਦਰਸ਼ਨ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਭਾਈ ਅੱਖਾਂ ਤੋਂ ਬਿਨਾਂ ਹਨ। ਵਿਣ ਕੰਨਾ ਸੁਣਨਾ। ਸਤਿਗੁਰੂ ਜੀ ਕਹਿੰਦੇ ਭਾਈ ਮਨਮੁਖ ਜਿਹੜੇ ਆ ਨਾ ਉਹ ਕੰਨਾਂ ਤੋਂ ਬਿਨਾਂ, ਕਿਉਂਕਿ ਉਹਨਾਂ ਨੂੰ ਪ੍ਰਤੱਖ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਸੁਣਦਾ ਹੀ ਨਹੀਂ, ਧਿਆਨ ਹੀ ਨਹੀਂ ਉਸ ਪਾਸੇ ਰੱਖਦੇ। ਮਹਾਰਾਜ ਕਹਿੰਦੇ ਭਾਈ ਐਸੀ ਮਨਮੁਖਾਂ ਦੀ ਹਾਲਤ ਹੈ। ਪੈਰਾ ਬਾਝੋ ਚੱਲਣਾ। ਬਿਨਾਂ ਹੀ ਪੈਰਾਂ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਕੀ ਹੈ ਕਿ ਸਤ ਸੰਗਤ ਵੱਲੋਂ ਬਿਨਾਂ ਪੈਰਾਂ ਤੋਂ ਹੈ। ਭਗਤੀ ਕਰਨੀ ਹੈ, ਸਤ ਸੰਗਤ ਕਰਨੀ ਹੈ, ਸੇਵਾ ਕਰਨੀ ਹੈ, ਤੇ ਪਿੰਗਲੇ ਹੀ ਹੋ ਜਾਂਦੇ ਆ, ਤੁਰਿਆ ਹੀ ਨਹੀਂ ਜਾਂਦਾ। ਤੇ ਜੇ ਸ਼ਰਾਬਖਾਨੇ ਨੂੰ ਜਾਣਾ ਤੇ ਝਾਟੀ ਪੈਰਾਂ ਨਾਲ ਦੌੜ ਦੌੜ ਕੇ ਜਾਂਦੇ ਆ, ਜੂਆ ਖੇਡਣ ਜਾਣਾ ਦੌੜ ਦੌੜ ਕੇ ਜਾਂਦੇ ਆ। ਵਿਣ ਹੱਥਾ ਕਰਨਾ। ਸੇਵਾ ਕਰਨੀ ਹੈ ਤੇ ਬਿਨਾਂ ਹੱਥਾਂ ਤੋਂ ਹੋ ਜਾਂਦੇ ਆ। ਕਿਸੇ ਗਰੀਬ ਨੂੰ ਮਾਰਨਾ, ਕੁਕਰਮ ਕਰਨੇ ਤੇ ਝਾਟੀ ਹੱਥਾਂ ਵਾਲੇ ਬਣ ਜਾਂਦੇ ਆ। ਜੀਭ ਹੈ ਬਾਝੋ ਬੋਲਣਾ। ਮਹਾਰਾਜ ਕਹਿੰਦੇ ਭਾਈ ਬੋਲਣ ਵੱਲੋਂ ਗੂੰਗੇ ਆ, ਵਾਹਿਗੁਰੂ ਦਾ ਨਾਮ ਨਹੀਂ ਆਪਣੇ ਮੁਖ ਤੋਂ ਲੈਂਦੇ, ਬਾਣੀ ਨਹੀਂ ਪੜ੍ਹਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਫਜ਼ੂਲ ਅਵਾ ਤਵਾ ਬੋਲਦੇ ਰਹਿੰਦੇ ਆ। ਇਉਂ ਜੀਵਤ ਮਰਣਾ। ਇਉਂ ਭਾਈ ਗੁਰਮੁਖੋ ਮਨਮੁਖਾਂ ਦੀ ਹਾਲਤ ਜਾਣ ਕਰਕੇ ਨਾ ਐਸੇ ਮਨਮੁਖ ਹੁੰਦੇ ਆ, ਜੀਵਤ ਭਾਵ ਤੋਂ ਮਰਨਾ ਚਾਹੀਦਾ।
ਮਨਮੁਖਤਾਈ ਵੱਲੋਂ ਹਟਣਾ ਚਾਹੀਦਾ ਏ। ਨਾਨਕ ਹੁਕਮ ਪਛਾਣ ਕੈ ਸਤਿਗੁਰੂ ਜੀ ਕਹਿੰਦੇ ਹੋ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕਰਕੇ ਤਉ ਖਸਮੈ ਮਿਲਣਾ ਤਾਂ ਮਹਾਰਾਜ ਕਹਿੰਦੇ ਭਾਈ ਖਸ਼ਮ ਨੂੰ ਜਿਹੜਾ ਹੈ ਨਾ ਵਾਹਿਗੁਰੂ ਨੂੰ ਮਿਲਣਾ ਹੁੰਦਾ ਏ। ਅੱਖੀ ਬਾਝੁ ਵੇਖਣਾ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਨਾ ਤੀਸਰੀ ਹਕਾਇਤ ਦੇ ਅੰਦਰ ਉੱਥੇ ਮਹਾਰਾਜ ਦਸਮ ਦੇ ਅੰਦਰ ਬਾਦਸ਼ਾਹ ਦੇ ਲੱਖਣ ਕਹੇ ਆ ਕਿ ਬਾਦਸ਼ਾਹ ਕਿਹੋ ਜਿਹਾ ਹੋਣਾ ਚਾਹੀਦਾ। ਇੱਕ ਨਾ ਚੀਨ ਦਾ ਬਾਦਸ਼ਾਹ ਹੋਇਆ ਹੈ, ਬੜਾ ਹੀ ਧਰਮੀ, ਬੜਾ ਹੀ ਪਰਾਕਰਮੀ। ਜਦੋਂ ਉਹ ਚੜ੍ਹਾਈ ਕਰਨ ਲੱਗਾ, ਉਹਦਾ ਸਮਾਂ ਆ ਗਿਆ ਤੇ ਉਹਨੇ ਆਪਣੀ ਪ੍ਰਜਾ, ਅਮੀਰ, ਵਜ਼ੀਰ ਇਕੱਠੇ ਕਰ ਲਏ ਸਾਰੇ ਤੇ ਕਹਿੰਦਾ ਭਾਈ ਮੈਂ ਆਪਣੀ ਰਾਜ ਗੱਦੀ ਅੱਗੇ ਬਖਸ਼ਣੀ ਹੈ, ਮੇਰਾ ਸਮਾਂ ਆ ਗਿਆ ਹੈ। ਤੇ ਸਤਿਗੁਰੂ ਜੀ ਨੇ ਉੱਥੇ ਲਿਖਿਆ ਹੈ ਕਿ ਉਸਨੇ ਉਸ ਸਮੇਂ ਕਿਹਾ ਹੈ ਨਾ ਕਦਮੋਂ ਕਿ ਜਿਹਦੇ ਕਦਮ ਨਾ ਹੋਣ, ਨਾ ਇਸ ਪ੍ਰਕਾਰ ਚਸ਼ਮੋਂ ਜਿਹਦੀਆਂ ਅੱਖਾਂ ਨਾ ਹੋਣ, ਇਸ ਪ੍ਰਕਾਰ ਨਾ ਦਸਤੋ ਚਸ਼ਮ ਜਿਹੜੇ ਦਸਤ ਹੱਥ ਵੀ ਨਾ ਹੋਣ, ਉਹ ਕਹਿੰਦਾ ਲਿਆਓ। ਬਾਦਸ਼ਾਹ ਕਹਿੰਦਾ ਵੀ ਨਾ ਜਿਹਦੀਆਂ ਅੱਖਾਂ ਹੋਣ, ਨਾ ਜਿਹਦੇ ਕੰਨ ਹੋਣ ਤੇ ਨਾ ਜਿਹਦੇ ਹੱਥ ਹੋਣ, ਨਾ ਜਿਹਦੀ ਜੀਭਾ ਹੋਵੇ, ਉਹ ਲੈ ਕੇ ਆਓ, ਮੈਂ ਆਪਣਾ ਰਾਜ ਬਖਸ਼ਣਾ। ਉਹ ਵਜ਼ੀਰ ਕਹਿਣ ਲੱਗੇ ਬਾਦਸ਼ਾਹ ਸਾਰੀ ਉਮਰ ਤੂੰ ਬੜਾ ਪਰਾਕਰਮੀ ਕੰਮ ਕੀਤਾ ਹੈ, ਬੜਾ ਤੂੰ ਵੱਡਾ ਯੋਧਾ ਹੈ, ਕੋਈ ਤੇਰੀ ਰਿਆਸਤ ਵੱਲ ਵੇਖ ਨਹੀਂ ਸਕਿਆ, ਐਡਾ ਧਰਮ ਦਾ ਰਾਜ ਤੈਂ ਕਮਾਇਆ ਹੈ, ਹੁਣ ਤੇਰੀ ਸੁਰਤ ਕਿਉਂ ਗੁੰਮ ਹੋ ਗਈ ਬੁੱਢੇ ਹੋਇਆ? ਇਹੋ ਜਿਹਾ ਬੰਦਾ ਤਾਂ ਜਿਹੜਾ ਉਹ ਜਿਉ ਨਹੀਂ ਸਕਦਾ ਤੇ ਤੂੰ ਉਹਨੂੰ ਰਾਜ ਦਿੰਦਾ, ਰਾਜ ਕਿਵੇਂ ਚਲਾਏਗਾ ਉਹ? ਬਾਦਸ਼ਾਹ ਤੇ ਸਮੇਂ ਕਹਿਣ ਲੱਗਾ ਕਿ ਮੈਂ ਤੁਹਾਨੂੰ ਦੱਸਦਾ ਕਿ ਕਿਹੋ ਜਿਹਾ ਬਾਦਸ਼ਾਹ ਮੈਂ ਰਾਜ ਗੱਦੀ ਤੇ ਬਿਠਾਉਣਾ ਚਾਹੁੰਦਾ ਹਾਂ। ਤੇ ਇਸ ਪ੍ਰਕਾਰ ਉਹਨੇ ਬਾਦਸ਼ਾਹ ਨੇ ਲੱਖਣ ਦੱਸੇ ਬਾਦਸ਼ਾਹ ਬਣਨ ਦੇ। ਅੱਖੀ ਬਾਝੁ ਵੇਖਣਾ ਕਹਿੰਦਾ ਜਿਹਦੀਆਂ ਅੱਖਾਂ ਜਿਹੜੀਆਂ ਹਨ, ਕਿਹੜੀਆਂ ਅੱਖਾਂ ਦੇ ਵੇਖਣ ਤੋਂ ਬਿਨਾਂ ਹੋਵੇ ਕਿ ਉਹ ਇਹ ਨਾ ਵੇਖੇ ਕਿ ਇਹ ਮੇਰਾ ਹੈ ਤੇ ਇਹ ਬਗਾਨਾ ਹੈ। ਨਿਆਂ ਕਰਨ ਲੱਗਿਆ ਆਪਣੀਆਂ ਅੱਖਾਂ ਨਾਲ ਇਹ ਵੇਖ ਲਵੇ ਕਿ ਇਹ ਤਾਂ ਮੇਰਾ ਆਪਣਾ ਹੈ ਤੇ ਫਿਰ ਨਿਆਂ ਨਾ ਕਰੇ। ਮਹਾਰਾਜ ਕਹਿੰਦੇ ਭਾਈ ਪਰਾਇਆ ਰੂਪ ਵੇਖਣ ਵੱਲੋਂ ਵੀ ਤੇ ਇਸ ਪ੍ਰਕਾਰ ਨਿਆਂ ਕਰਨ ਵੱਲੋਂ ਵੀ ਜਿਹੜਾ ਹੈ ਨਾ, ਉਹ ਫਿਰ ਜਿਵੇਂ ਆ ਹਿੰਦੁਸਤਾਨ ਦੇ ਅੰਦਰ ਜਿਹੜੀ ਉਹ ਨਿਆਏ ਮੂਰਤੀ ਨਹੀਂ ਉਹਨਾਂ ਬਣਾਈ ਹੁੰਦੀ ਤੇ ਉਹਦੇ ਹੱਥ ਵਿੱਚ ਤੱਕੜੀ ਫੜਾਈ ਹੈ ਤੇ ਅੱਖਾਂ ਤੇ ਪੱਟੀ ਬੰਨੀ ਹੈ, ਸਾਰੀਆਂ ਅਦਾਲਤਾਂ ਵਿੱਚ ਲਾਈ ਹੁੰਦੀ ਹੈ, ਪਰ ਉਹ ਲਾਉਣ ਨੂੰ ਹੀ ਮੂਰਤੀ ਲਾਈ ਹੈ, ਨਿਆਂ ਕਿੱਥੇ ਕਰਦੇ ਆ। ਹਾਲਤ ਹੀ ਇਸ ਤਰ੍ਹਾਂ ਦੀ ਇਸ ਦੇਸ਼ ਦੀ। ਤੇ ਇਸ ਪ੍ਰਕਾਰ ਜਿਹੜਾ ਹੈ ਇਹ ਕਿਹੋ ਜਿਹਾ ਉਹ ਬਾਦਸ਼ਾਹ ਹੋਣਾ ਚਾਹੀਦਾ ਹੈ। ਫਿਰ ਪੜੋ ਅੱਖੀ ਬਾਝੁ ਵੇਖਣਾ ਕਿ ਉਹ ਜਿਹੜਾ ਹੈ ਅੱਖਾਂ ਤੋਂ ਬਿਨਾਂ ਹੋਵੇ, ਨਿਆਂ ਕਰਨ ਲੱਗਿਆ ਆਪਣਾ ਤੇ ਪਰਾਇਆ ਨਾ ਵੇਖੇ, ਨਿਆਂ ਜਿਹੜਾ ਹੈ ਉਹ ਇੱਕ ਰਸ ਕਰਨਾ ਕਰੇ। ਬਿਨ ਕੰਨਾ ਸੁਣਨਾ ਤੇ ਫਿਰ ਇਸ ਪ੍ਰਕਾਰ ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਐ, ਝੱਟ ਹੀ ਸੁਣ ਕੇ ਅਸਰ ਕਰ ਲੈਂਦੇ ਐ ਤੇ ਦੂਸਰੇ ਨੂੰ ਡੰਡ ਦੇ ਦਿੰਦੇ। ਕਹਿੰਦੇ ਇਉਂ ਜਿਹੜਾ ਕੰਨਾਂ ਦਾ ਕੱਚਾ ਨਾ ਹੋਵੇ, ਬਿਨਾਂ ਕੰਨਾਂ ਤੋਂ ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਨਾ ਉਹ ਹੋਣਾ ਚਾਹੀਦਾ। ਭਾਵ ਕਿਸੇ ਦੀ ਉਸ ਸਮੇਂ ਜਿਹੜੀ ਇਹ ਚੁਗਲੀ ਨਾ ਸੁਣ ਲਵੇ, ਕਿਤੇ ਉਦੋਂ ਬੋਲਾ ਹੀ ਹੋ ਜਾਵੇ। ਨਿਆਂ ਕਰਨ ਲੱਗਿਆ ਕਿਸੇ ਇੱਕ ਦੀ ਗੱਲ ਸੁਣ ਕਰਕੇ ਨਿਆਂ ਨਾ ਕਰੇ, ਨਿਆਂ ਧਰਮ ਦਾ ਕਰਨਾ ਕਰੇ। ਪੈਰਾ ਬਾਝੁ ਚੱਲਣਾ ਇਸ ਪ੍ਰਕਾਰ ਜਿਹੜੇ ਬਾਦਸ਼ਾਹ ਹੁੰਦੇ ਆ ਨਾ, ਪੈਰਾਂ ਨਾਲ ਚੱਲ ਕੇ ਮੈਂ ਖਾਨਿਆਂ ਵਿੱਚ ਹੀ ਤੁਰੇ ਰਹਿੰਦੇ ਆ। ਇਸ ਪ੍ਰਕਾਰ ਉਹ ਕੁਸੰਗਤ ਤੋਂ ਬਚਿਆ ਹੋਵੇ, ਪੈਰਾਂ ਨਾਲ ਤੁਰ ਕਰਕੇ ਮੈਂ ਖਾਨਿਆਂ ਵਿੱਚ ਨਾ ਜਾਣ ਵਾਲਾ ਹੋਵੇ। ਵਿਣ ਹੱਥਾ ਕਰਨਾ ਤੇ ਮਹਾਰਾਜ ਕਹਿੰਦੇ ਭਾਈ ਬਾਦਸ਼ਾਹ ਹੁਕਮਰਾਨ ਹੁੰਦੇ ਆ, ਆਪਣੇ ਹੱਥਾਂ ਨਾਲ ਬਹੁਤ ਕੁਝ ਐਸੇ ਕਾਰਜ ਕਰ ਦਿੰਦੇ ਆ ਕਿ ਜਿਹੜੇ ਭਾਈ ਨਾ ਕਰਨ ਯੋਗ ਹੋਣ। ਉਹਨਾਂ ਕਰਮਾਂ ਦੇ ਕਰਨ ਵੱਲੋਂ ਬਿਨਾਂ ਹੱਥਾਂ ਤੋਂ ਹੋਵੇ। ਕਿਸੇ ਪ੍ਰਕਾਰ ਆਪਣੇ ਹੁਕਮ ਦੇ ਨਸ਼ੇ ਵਿੱਚ ਆ ਕਰਕੇ, ਹਕੂਮਤ ਦੇ ਜ਼ੋਰ ਵਿੱਚ ਆ ਕਰਕੇ ਆਪਣੇ ਹੱਥਾਂ ਨਾਲ ਕੁਕਰਮਾਂ ਦੇ ਕਰਨ ਵੱਲੋਂ ਜਿਹੜਾ ਹੈ ਅਨਿਆਂ ਦੇ ਕਰਨ ਵੱਲੋਂ ਬਿਨਾਂ ਹੱਥਾਂ ਤੋਂ ਹੋਵੇ। ਜੀਭੈ ਬਾਝੁ ਬੋਲਣਾ ਤੇ ਫਿਰ ਜੀਭ ਦੇ ਅੰਦਰੋਂ ਜਿਹੜਾ ਹੈ ਕਿਸੇ ਨੂੰ ਭੈੜੇ ਵਾਕ, ਜਿਹੜੇ ਅਨਿਆਂ ਦੇ ਵਾਕ ਬੋਲਣ ਵੱਲੋਂ ਜਿਹੜਾ ਹੈ ਉਹ ਗੂੰਗਾ ਹੋਵੇ। ਇਉਂ ਜੀਵਤ ਮਰਣਾ ਮਹਾਰਾਜ ਕਹਿੰਦੇ ਭਾਈ ਇਉਂ ਜੀਵਤ ਭਾਵ ਤੋਂ ਮਰਿਆ ਹੋਵੇ। ਰਾਜਾ ਜਿਹੜਾ ਨਾ ਧਰਮ ਦਾ ਰਾਜ ਉਹੋ ਹੀ ਕਰ ਸਕਦਾ ਹੈ, ਜਿਵੇਂ ਸ਼ੇਰੇ ਪੰਜਾਬ ਜੀ ਨੇ ਕਰਕੇ ਵਿਖਾਇਆ ਸੀਗਾ। ਨਾਨਕ ਹੁਕਮ ਪਛਾਣ ਕੈ ਮਹਾਰਾਜ ਕਹਿੰਦੇ ਭਾਈ ਰਾਜ ਦਾ ਜਿਹੜਾ ਨਾ ਚੱਲਦਾ ਹੋਇਆ ਰਾਜ, ਇਹ ਵੀ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕਰਕੇ ਪਰਮੇਸ਼ਰ ਦਾ ਹੀ ਜਾਣਨਾ ਕਰੇ। ਤਉ ਖਸਮੈ ਮਿਲਣਾ ਤਾਂ ਰਾਜੇ ਦਾ ਵੀ ਖਸਮ ਨੂੰ ਮਿਲਣਾ ਹੋ ਸਕਦਾ ਹੈ। ਰਾਜਾ ਪੀਪਾ ਜੀ ਜਿਵੇਂ ਹੋਏ ਆ, ਉਹ ਵੀ ਭਾਈ ਵਾਹਿਗੁਰੂ ਨੂੰ ਪ੍ਰਾਪਤ ਹੋਏ ਆ। ਇਉਂ ਸ਼ੇਰੇ ਪੰਜਾਬ ਜੀ ਰਾਜੇ ਹੁੰਦਿਆਂ ਹੋਇਆਂ ਇੰਨੀ ਨਿਮਰਤਾ ਸੀ। ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਜਦੋਂ ਹੈੱਡ ਗ੍ਰੰਥੀ ਸਾਹਿਬ ਲਾਹੌਰ ਗਏ
ਮਹਾਰਾਜੇ ਨੂੰ ਦੱਸਿਆ ਕਿ ਮਹਾਰਾਜਾ ਸਾਹਿਬ ਇਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੋਂ ਆਏ, ਉੱਥੇ ਦੇ ਹੈੱਡ ਗ੍ਰੰਥੀ ਸਾਹਿਬ ਹੈ। ਤੇ ਜਦੋਂ ਸ਼ੇਰੇ ਪੰਜਾਬ ਜੀ ਨੂੰ ਪਤਾ ਲੱਗਾ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਦੇ ਸੀਸ ਦਾ ਬਲੀਦਾਨ ਦਿੱਤਾ ਹੈ, ਉੱਥੇ ਦੇ ਸੇਵਾਦਾਰ ਚੱਲ ਕੇ ਆਏ ਹੈ, ਸ਼ੇਰੇ ਪੰਜਾਬ ਜੀ ਨੇ ਆਪਣੀ ਦਾੜੀ ਨਾਲ ਉਹਨਾਂ ਦੇ ਚਰਨ ਝਾੜੇ ਸੀਗੇ। ਇਸ ਤਰ੍ਹਾਂ ਸਾਧ ਸੰਗਤ ਜੀ ਇਹੋ ਜਿਹਾ ਬਾਦਸ਼ਾਹ ਹੋਣਾ ਚਾਹੀਦਾ ਹੈ। ਤੋ ਇਸੇ ਪ੍ਰਕਾਰ ਹੁਣ ਦਸਮ ਦਵਾਰ ਦੇ ਅਰਥ ਹਨ, ਸੁਣਨਾ ਕਰੋ। ਅੱਖੀ ਬਾਝੋ ਵੇਖਣਾ। ਜਿਹੜਾ ਸਾਧ ਸੰਗਤ ਜੀ ਦਸਮ ਦਵਾਰ ਹੁੰਦਾ ਨਾ, ਉੱਥੇ ਇਹਨਾਂ ਅੱਖਾਂ ਦੇ ਨਾਲ ਤਾਂ ਜੋਗੀ ਦਰਸ਼ਨ ਨਹੀਂ ਕਰਦੇ। ਉਹ ਜਿਹੜੀ ਚੇਤਨ ਦੀ ਲਾਟ ਹੈ, ਅੱਖਾਂ ਦੇ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਦਸਮ ਦਵਾਰ ਦੇ ਅੰਦਰ ਉਹਨੂੰ ਵੇਖੀਦਾ ਏ। ਬਿਨ ਕੰਨਾ ਸੁਣਨਾ। ਤੇ ਬਿਨਾਂ ਕੰਨਾਂ ਤੋਂ ਮਹਾਰਾਜ ਕਹਿੰਦੇ ਭਾਈ ਉੱਥੇ ਅਨਹਦ ਨਾਦ ਜਿਹੜਾ ਦਸਮ ਦਵਾਰ ਦੇ ਅੰਦਰ ਵਾਜੇ ਗਾਜੇ ਜੋਗੀ ਸੁਣਨ ਲੱਗ ਪੈਂਦੇ ਆ। ਪੈਰਾ ਬਾਝੋ ਚੱਲਣਾ। ਤੇ ਪੈਰਾਂ ਤੋਂ ਬਿਨਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੋਗੀ ਜਿਹੜੇ ਆ ਉਹ ਚੱਲ ਪੈਂਦੇ ਆ। ਸਾਧ ਸੰਗਤ ਜੀ ਜਿਵੇਂ ਮਛੰਦਰਨਾਥ ਸੁਰਤ ਚੜਾ ਕਰਕੇ ਕਿੱਥੇ ਸਿੰਗਲਾ ਦੀਪ ਵਿੱਚ ਅਮਰੂ ਰਾਜੇ ਦੀ ਦੇਹ ਵਿੱਚ ਵੜਿਆ ਸੀ, ਪੈਰਾਂ ਤੋਂ ਬਿਨਾਂ ਹੀ ਚੱਲ ਕੇ ਆ ਗਿਆ ਸੀਗਾ। ਪੈਰਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਦਸਮ ਦਵਾਰ ਦੇ ਵਿੱਚ ਚੱਲ ਪੈਂਦੇ ਆ। ਬਿਨ ਹੱਥਾ ਕਰਨਾ। ਬਿਨਾਂ ਹੀ ਹੱਥਾਂ ਤੋਂ ਮਹਾਰਾਜ ਕਹਿੰਦੇ ਭਾਈ ਉੱਥੇ ਦਸਮ ਦਵਾਰ ਦੀ ਅਵਸਥਾ ਵਿੱਚ ਕਾਰਜ ਜੋਗੀ ਜਿਹੜੇ ਆ ਉਹ ਕਰ ਸਕਦੇ ਆ। ਜੀਭ ਹੈ ਬਾਝੋ ਬੋਲਣਾ। ਜੀਭ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਉੱਥੇ ਬੋਲ ਪਈਦਾ ਏ। ਇਉਂ ਜੀਵਤ ਮਰਨਾ। ਉਹ ਚੇਤਨ ਦੀ ਲਾਟ ਨਾਲ ਗੱਲਾਂ ਕਰ ਲਈਦੀਆਂ, ਫਿਰ ਉਹਦੇ ਨਾਲ ਪ੍ਰਸ਼ਨ ਉੱਤਰ ਕਰ ਲੈਂਦੇ ਆ ਜੋਗੀ। ਮਹਾਰਾਜ ਕਹਿੰਦੇ ਭਾਈ ਇਉਂ ਜਾਣ ਕਰਕੇ ਦਸਮ ਦਵਾਰ ਦੀ ਅਵਸਥਾ ਨੂੰ ਵੀ ਗੁਰਸਿੱਖ ਜਿਹੜੇ ਆ ਨਾ, ਉਹ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਪਾ ਕਰਕੇ ਜੀਵਤ ਭਾਵ ਤੋਂ ਮਰ ਕੇ ਪ੍ਰਾਪਤ ਕਰ ਲੈਂਦੇ ਆ। ਨਾਨਕ ਹੁਕਮ ਪਛਾਣ ਕੇ। ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦਾ ਹੁਕਮ ਇਉਂ ਪਹਿਚਾਣ ਕਰਕੇ ਤਉ ਖਸਮੈ ਮਿਲਣਾ। ਤਾਂ ਮਹਾਰਾਜ ਕਹਿੰਦੇ ਭਾਈ ਖਸਮ ਨੂੰ, ਪ੍ਰਮਾਤਮਾ ਨੂੰ, ਵਾਹਿਗੁਰੂ ਨੂੰ ਮਿਲਿਆ ਜਾਂਦਾ ਹੈ। ਦਸਮ ਦਵਾਰ ਦੇ ਵਿੱਚ ਵੀ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦੀ ਆਗਿਆ ਦਾ ਪਾਲਣ ਹੀ ਕਰਨਾ ਚਾਹੀਦਾ ਹੈ, ਉਹਦਾ ਵੀ ਮਾਣ ਕਰੀਏ ਤੇ ਫਿਰ ਬਿਰਤੀ ਉੱਥੇ ਹੀ ਮਹਾਰਾਜ ਕਹਿੰਦੇ ਭਾਈ ਟਿਕ ਰਹਿੰਦੀ ਹੈ। ਇਉਂ ਭਿਕਸ਼ੂ ਦੇ ਵੀ ਅਰਥ ਕੀਤੇ ਹਨ। ਇਸ ਪ੍ਰਕਾਰ ਉਹ ਸੁਣੋ ਤੇ ਅੱਜ ਸਮਾਪਤੀ, ਕਿਉਂਕਿ ਫਿਰ ਅੱਗੇ ਸਮਾਂ ਨਹੀਂ ਰਹਿਣਾ ਸ਼ਬਦ ਦੀ ਸੰਪੂਰਨਤਾ ਦਾ। ਕੱਲ ਨੂੰ ਫਿਰ ਆਪਾਂ ਇਹ ਸ਼ਬਦ ਸੰਪੂਰਨ ਕਰਾਂਗੇ ਜੋ ਭਿਕਸ਼ੂ ਦੇ ਅਰਥ ਮਹਾਰਾਜ ਦੱਸੇ ਹਨ। ਅੱਖੀ ਬਾਝੋ ਵੇਖਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਭਿਕਸ਼ੂ ਹੁੰਦਾ ਨਾ, ਭਾਵ ਕਈ ਇਉਂ ਹੁੰਦੇ ਬਰਕਤ ਹੁੰਦੇ ਐ, ਤੇ ਸਾਧ ਸੰਗਤ ਜੀ ਜੋ ਪ੍ਰਾਪਤ ਹੋ ਜੇ ਉਹ ਛਕ ਕੇ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਲਾਈ ਰੱਖਦੇ ਆ, ਪਰਮੇਸ਼ਰ ਦੇ ਭਜਨ ਵਿੱਚ ਲੱਗੇ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਭਿਕਸ਼ੂ ਹੈ ਨਾ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿ ਅੱਖਾਂ ਤੋਂ ਬਿਨਾਂ ਹੋਵੇ। ਮਹਾਰਾਜ ਕਹਿੰਦੇ ਭਾਈ ਇਹ ਨਹੀਂ ਕਿ ਸੰਸਾਰ ਦੇ ਰੰਗ ਰਾਗ ਹੀ ਵੇਖਦਾ ਹੋਵੇ, ਸੰਸਾਰ ਦੇ ਰੰਗ ਰਾਗ ਨਾ ਵੇਖਣ ਵਾਲਾ ਹੋਵੇ। ਇਉਂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਨੂੰ ਹੀ ਧਿਆਨ ਦੇ ਅੰਦਰ ਰੱਖੇ ਕਿ ਉਹੋ ਹੀ ਮੈਨੂੰ ਜਿਹੜਾ ਹੈ ਖਾਣ ਨੂੰ ਵੀ ਦੇਵੇਗਾ, ਜਿਹਦੇ ਮੈਂ ਨਾਮ ਵਿੱਚ ਜੁੜ ਰਿਹਾ ਹਾਂ। ਇਹ ਅੱਖਾਂ ਤੋਂ ਬਿਨਾਂ ਹੋਵੇ ਸੰਸਾਰ ਦੇ ਵੇਖਣ ਵੱਲੋਂ। ਵਿਣ ਕੰਨਾ ਸੁਣਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਜਿਹੜੇ ਨਾਦ ਆਏ ਤੇ ਪ੍ਰਕਾਰ ਜਿਹੜੇ ਗੀਤ ਆਦਿਕ ਵੈ, ਉਹਨਾਂ ਦੇ ਸੁਣਨ ਤੋਂ ਮਹਾਰਾਜ ਕਹਿੰਦੇ ਬੋਲਾ ਹੋ ਜੇ, ਪਰਮੇਸ਼ਰ ਦਾ ਨਾਮ ਹੀ ਸੁਣਨਾ ਕਰੇ। ਪੈਰਾ ਬਾਝੋ ਚੱਲਣਾ। ਤੇ ਇਉਂ ਮਹਾਰਾਜ ਕਹਿੰਦੇ ਭਾਈ ਜਿਹੜਾ ਭਿਕਸ਼ੂ ਹੁੰਦਾ ਨਾ, ਚੱਲ ਚੱਲ ਕੇ ਰੰਗ ਤਮਾਸ਼ੇ ਹੀ ਨਾ ਵੇਖਦਾ ਰਵੇ, ਉਹ ਤਾਂ ਭਾਈ ਪੈਰਾਂ ਦੇ ਇਉਂ ਰੰਗ ਤਮਾਸ਼ਿਆਂ ਦੇ ਵੱਲ ਨੂੰ ਚੱਲਣ ਤੋਂ ਬਿਨਾਂ ਹੋਵੇ, ਸੁਰਤ ਵਿੱਚ ਵਾਹਿਗੁਰੂ ਦਾ ਧਿਆਨ ਕਰੇ, ਪਰਮੇਸ਼ਰ ਨਾਲ ਜੁੜਨਾ ਕਰੇ। ਵਿਣ ਹੱਥਾ ਕਰਨਾ। ਮਹਾਰਾਜ ਕਹਿੰਦੇ ਭਾਈ ਬਿਨਾਂ ਹੱਥਾਂ ਤੋਂ ਹੋਵੇ, ਕਿਉਂਕਿ ਜਿਹੜੇ ਹੱਥ ਵੈ ਨਾ ਸਾਧ ਸੰਗਤ ਜੀ ਇਹ ਟਹਿਲ ਕਰਨ ਵਾਸਤੇ ਵਾਹਿਗੁਰੂ ਨੇ ਦਿੱਤੇ ਐ। ਭਿਕਸ਼ੂ ਜਿਹੜਾ ਹੈ ਨਾ ਉਹ ਪ੍ਰਸ਼ਾਦੇ ਦੇ ਮੰਗਣ ਵਾਸਤੇ ਹੀ ਹੱਥ ਜਿਹੜੇ ਹਨ ਉਸ ਦੇ ਜਿਹੜੇ ਆ ਹੋਣ, ਕਿਉਂਕਿ ਉਹ ਛਕਣਾ ਹੈ। ਤੇ ਜੇ ਕੋਈ ਹੋਰ ਲਾਲਚ ਦੇ ਨਾਲ ਪਦਾਰਥ ਮਿਲਦਾ ਹੈ ਤੇ ਉਹਨਾਂ ਤੋਂ ਬਿਨਾਂ ਹੱਥ ਹੋਵੇ ਭਿਕਸ਼ੂ ਦਾ। ਇਹ ਨਹੀਂ ਕਿ ਹਰੇਕ ਦੇ ਅੱਗੇ ਹੀ ਅੱਡ ਅੱਡ ਕੇ ਮੰਗਦਾ ਫਿਰੇ। ਜਿਹੜਾ ਸੱਚਾ ਭਿਕਸ਼ੂ ਹੁੰਦਾ ਉਹ ਤਾਂ ਪਰਮੇਸ਼ਰ ਦੇ ਅੱਗੇ ਹੀ ਆਪਣੇ ਹੱਥ ਅੱਡਦਾ ਹੈ। ਸੰਸਾਰੀਆਂ ਦੇ ਅੱਗੇ ਹੱਥ ਅੱਡਣ ਤੋਂ ਮਹਾਰਾਜ ਕਹਿੰਦੇ ਭਾਈ ਫੈਲਾਉਣ ਤੋਂ ਬਿਨਾਂ ਹੋਵੇ। ਜੀਭੈ ਬਾਝੋ ਬੋਲਣਾ। ਫਿਰ ਮਹਾਰਾਜ ਕਹਿੰਦੇ ਭਾਈ ਉਹ ਜੀਭ ਤੋਂ ਬਿਨਾਂ ਹੋਵੇ, ਕਿ ਇਹ ਨਹੀਂ ਕਿ ਹਰੇਕ ਦੇ ਅੱਗੇ ਹੀ ਮੰਗੀ ਜਾਵੇ। ਪਰਮੇਸ਼ਰ ਦੇ ਕੋਲੋਂ ਹੀ ਮਹਾਰਾਜ ਕਹਿੰਦੇ ਭਾਈ ਬੋਲ ਕੇ ਆਪਣੀ ਦਿਲ ਦੀ ਬਿਰਥਾ ਜਿਹੜੀ ਆ ਉਹ ਦੱਸਣਾ ਕਰੇ। ਇਉਂ ਜੀਵਤ ਮਰਨਾ। ਇਉਂ ਮਹਾਰਾਜ ਕਹਿੰਦੇ ਭਾਈ ਭਿਕਸ਼ੂ ਨੂੰ ਜੀਵਤ ਭਾਵ ਤੋਂ ਮਰਨਾ ਚਾਹੀਦਾ ਏ। ਨਾਨਕ ਹੁਕਮ ਪਛਾਣ ਕੇ। ਇਉਂ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦਾ ਹੁਕਮ ਜਿਹੜਾ ਹੈ ਨਾ ਉਸ ਨੂੰ ਪਹਿਚਾਣ ਕਰਕੇ ਤਉ ਖਸਮੈ ਮਿਲਣਾ। ਤਾਂ ਖਸਮ ਨਾਲ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
ਇਹ ਸਾਧ ਸੰਗਤ ਜੀ ਇੰਨੇ ਕ ਅਰਥ ਯਾਦ ਰਹੇ ਹੈ, ਕਿਉਂਕਿ ਇਹ ਬ੍ਰਹਮ ਵਿਦਿਆ ਹੈ, ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਅਗਾਧ ਬੋਧ ਹੈ। ਕਿਉਂਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਅਰਥ ਤਾਂ ਕੋਈ ਬ੍ਰਹਮ ਨਾਲ ਜੁੜੀ ਹੋਈ ਆਤਮਾ ਹੀ ਕਰ ਸਕਦੀ ਹੈ। ਮਹਾਂਪੁਰਖਾਂ ਨੇ ਇਸ ਦੇ 22 ਅਰਥ ਕੀਤੇ ਆ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਸੰਪਰਦਾਏ ਜਿਹੜੇ ਗਿਆਨੀ ਆ ਉਹ 13 ਅਰਥ ਜਿਹੜੇ ਮਸ਼ਹੂਰ ਹਨ ਇਸ ਦੇ। ਥੋੜਾ ਥੋੜਾ ਸੂਖਸ਼ਮ ਭਾਵ ਦਾ ਇਹਨਾਂ ਵਿੱਚ ਭੇਦ ਹੈ। ਤੋ ਉਹ ਸਾਧ ਸੰਗਤ ਜੀ ਜਿਵੇਂ ਸਤਿਗੁਰਾਂ ਜੀ ਨੇ ਬਖਸ਼ਿਆ ਹੈ, ਗਿਣਤੀ ਤਾਂ ਮੈਂ ਕੀਤੀ ਨਹੀਂ, ਮਹਾਰਾਜ ਜੀ ਨੇ ਜਿਵੇਂ ਸਤਿਗੁਰਾਂ ਜੀ ਨੇ ਕਰਾਏ ਆ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਹੀ ਬੁੱਧ ਨੂੰ ਪ੍ਰਕਾਸ਼ ਦੇ ਹੈ, ਆਪਾਂ ਅਲਪੱਗ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਕੱਲ ਨੂੰ ਫਿਰ ਆਰੰਭ ਤੋਂ ਹੀ ਇਸ ਸ਼ਬਦ ਦੇ ਅਰਥ ਹੋਣਗੇ, ਸਤਿਗੁਰੂ ਜੀ ਮੈਂ ਬਖਸ਼ਿਸ਼ ਕਰਨਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜੀਭੈ ਬਾਝੁ ਬੋਲਣਾ ਇਉ ਜੀਵਤ ਮਰਣਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸ਼ੀ।